ਇਲਾਕਿਆਂ ਨੂੰ, ਦੇਸਾਂ ਨੂੰ ਆਪਣੀ ਤਾਕਤ ਦੇ ਨਾਲ ਅਧੀਨ ਕੀਤਾ। ਜਹਾਂ ਮਵਾਸ ਹੋਏ ਕੋ ਜਾਈ, ਜਿੱਥੇ ਵੀ ਕੋਈ ਆਕੀ ਹੋ ਜਾਂਦਾ ਅਕਬਰ ਤੋਂ, ਤਿਹ ਵੱਡ ਸੈਨਾ ਦੇਤ ਪਠਾਈ। ਉਸ ਬਾਗੀ ਤੇ ਆਪਣੀ ਸੈਨਾ ਚੜਾ ਦਿੰਦਾ, ਭੇਜ ਦਿੰਦਾ। ਕਰ ਸੰਗਰਾਮ ਵਿਜੈ ਕੋ ਪਾਏ, ਉਹਦੇ ਨਾਲ ਯੁੱਧ ਕਰਕੇ ਫਿਰ ਉਹਦੇ ਤੇ ਜਿੱਤ ਪ੍ਰਾਪਤ ਕਰਦਾ ਅਕਬਰ। ਬਸੀ ਕਰੇ ਸਭ ਦੇਸ਼ ਨਰਾਏ, ਸਾਰੇ ਹੀ ਦੇਸਾਂ ਦੇ ਰਾਜੇ ਵਸ ਵਿੱਚ ਕਰ ਲਏ, ਅਧੀਨ ਕਰ ਲਏ ਅਕਬਰ ਨੇ। ਆਇਸ ਅਕਬਰ ਕੀ ਸਿਰ ਸਹਾ, ਸਾਰੇ ਹੀ ਰਾਜੇ ਹੁਣ ਅਕਬਰ ਦੀ ਅਧੀਨਗੀ, ਆਗਿਆ ਸਿਰ ਤੇ ਸਹਾਰਦੇ ਨੇ, ਭਾਵ ਗੁਲਾਮ ਹਨ। ਆਪਨੋ ਰਾਜ ਕਰਤ ਸੋ ਰਹੈ, ਆਪਣਾ ਨਾਲ ਰਾਜ ਕਰਦੇ ਰਹਿੰਦੇ ਹਨ ਅਧੀਨਗੀ ਮੰਨ ਕੇ। ਨੀਤ ਵਿਸਾਲ ਨੀਤ ਉਰ ਧਾਰੈ, ਬਹੁਤ ਨੀਤੀਵਾਨ ਹੈ ਅਕਬਰ ਜਿਹੜਾ ਹੈ, ਰਾਜਨੀਤੀ ਬੜੀ ਚੰਗੀ ਤਰ੍ਹਾਂ ਜਾਣਦਾ ਹੈ, ਬੜੀ ਵਿਸ਼ਾਲ ਵੱਡੀ ਨੀਤੀ ਹਿਰਦੇ ਵਿੱਚ ਧਾਰਦਾ ਹੈ। ਮਿੱਤਰ ਵਧਾਵਹਿ ਛਤਰ ਨਿਕਾਰੈ, ਜਿਹੜਾ ਮਿੱਤਰਾਂ ਨੂੰ ਵਧਾਉਂਦਾ ਹੈ ਤੇ ਜਿਹੜੇ ਸ਼ਤਰੂ ਨੇ, ਆਕੀ ਨੇ, ਉਹਨਾਂ ਨੂੰ ਨਾਸ ਕਰਦਾ ਜਾਂ ਕੱਢ ਦਿੰਦਾ ਹੈ ਦੇਸ਼ ਵਿੱਚੋਂ। ਦੇਸ਼ ਕਾਮਰੂ ਰਹਿ ਮਵਾਸੀ, ਇੱਕ ਹਿੰਦੁਸਤਾਨ ਦਾ ਜਿਹੜਾ ਦੇਸ਼ ਇਲਾਕਾ ਹੈ, ਜਿਹੜਾ ਕਾਮਰੂ ਦੇਸ਼ ਵੱਜਦਾ ਹੈ, ਗੁਹਾਟੀ ਦਾ ਇਲਾਕਾ, ਧੋਬੜੀ, ਇੱਧਰ ਬ੍ਰਹਮਪੁੱਤਰ ਦਰਿਆ ਦੇ ਵੱਲ ਤੋਂ ਜਿੱਧਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਗਏ ਨੇ, ਇਹ ਬ੍ਰਹਮਪੁੱਤਰ ਦਰਿਆ ਦੇ ਕੰਢੇ ਤੇ ਹੀ ਜਿਹੜਾ ਭਰਥਰੀ ਹੈ ਨਾ, ਉਸ ਨੂੰ ਨਿਹਾਲ ਕੀਤਾ ਸੀ ਮਹਾਰਾਜ ਜੀ ਨੇ। ਬੜੀ ਲੰਬੇਰੀ ਉਮਰ ਸੀ, ਤਕਰੀਬਨ 1400-1500 ਸਾਲ ਇਹਦੀ ਉਮਰ ਕਹੀ ਜਾਂਦੀ। ਯੋਗਾ ਅਭਿਆਸ ਕਰਕੇ ਇਹਨੇ ਉਮਰ ਵਧਾਈ ਸੀ, ਪਰ ਇੰਨਾ ਕੁਝ ਕਰਨ ਤੋਂ ਬਾਅਦ ਵੀ ਇਹਨੂੰ ਸ਼ਾਂਤੀ ਨਹੀਂ ਸੀ, ਮਨ ਵਿੱਚ ਟਿਕਾ ਨਹੀਂ ਸੀ, ਬੜਾ ਦੁਖੀ ਸੀ। ਤੋ ਇਸ ਕਰਕੇ ਇਹਨੇ ਇੱਕ ਵਿਰਾਗ ਸਤਕ ਗ੍ਰੰਥ ਵੀ ਲਿਖਿਆ ਹੈ, ਉਹਦੇ ਵਿੱਚ 100 ਇਹਦੇ ਦੋਹਰੇ ਨੇ। ਸਤਕ ਦਾ ਮਤਲਬ ਹੁੰਦਾ ਸੈਂਕੜੇ। ਤੋ ਇਸ ਤਰੀਕੇ ਦੇ ਨਾਲ ਉਸੇ ਦਰਿਆ ਦੇ ਕੰਢੇ ਤੇ ਉਹਨੂੰ ਕਲਿਆਣ ਦਿੱਤੀ ਸੀ ਗੁਰੂ ਨਾਨਕ ਸਾਹਿਬ ਜੀ ਨੇ। ਇੱਥੇ ਹੀ ਭਾਈ ਮਰਦਾਨਾ ਜੀ ਮਹਾਰਾਜ ਜੀ ਤੋਂ ਥੋੜ੍ਹਾ ਜਿਹਾ ਨਾਰਾਜ਼ ਹੋ ਕੇ ਜਦੋਂ ਚਲੇ ਗਏ ਕੁਝ ਛਕਣ ਵਾਸਤੇ, ਤਾਂ ਜਾਦੂਗਰਨੀਆਂ ਨੇ ਮੇਢਾ ਬਣਾ ਲਿਆ ਸੀ। ਤੋ ਉਸ ਦੇਸ਼ ਦੀ ਇਹ ਕਥਾ ਆ ਰਹੀ ਹੈ। ਤਹ ਕਮਖਿਆ ਜੋਤ ਪ੍ਰਕਾਸ਼ੀ, ਇਹ ਜਿਹੜਾ ਕਾਮਰੂ ਦੇਸ਼ ਹੈ ਨਾ, ਇਹ ਇਲਾਕਾ ਅਕਬਰ ਤੋਂ ਨਹੀਂ ਸੀ ਜਿੱਤਿਆ ਜਾਂਦਾ, ਇਹ ਮਵਾਸੀ ਰਿਹਾ, ਆਕੀ ਰਿਹਾ ਅਕਬਰ ਤੋਂ। ਤੋ ਜਿੱਥੇ ਕਮਖਿਆ ਦੇਵੀ ਦਾ ਬੜਾ ਵੱਡਾ ਮੰਦਰ ਹੈ, ਇਹ ਸਤੀ ਪਾਰਬਤੀ ਉਹਦੀ ਮੂਰਤੀ ਬਣਾ ਕਰਕੇ ਨਾ, ਇੱਕ ਕਾਮ ਵਾਲੇ ਅੰਗਾਂ ਦੀ, ਕਾਮਾਤਰ ਅੰਗਾਂ ਦੀ। ਤੋ ਸਾਧ ਸੰਗਤ ਜੀ ਉਸ ਦੇਵੀ ਦੀ ਇਹ ਲੋਕ ਪੂਜਾ ਕਰਿਆ ਕਰਦੇ। ਅੱਜ ਵੀ ਬੜੀ ਵੱਡੀ ਉਹ ਮੂਰਤੀ ਉੱਥੇ ਸਥਿਤ ਹੈ। ਇਹ ਪੱਛਮ ਵਾਲੇ ਬ੍ਰਹਮਪੁੱਤਰ ਦਰਿਆ ਜਿਹੜਾ ਲੰਘ ਕੇ ਨਾ ਅਗਲੇ ਪਾਸੇ ਪੱਛਮ ਵਾਲੀ ਸਾਈਡ ਨੂੰ, ਤਕਰੀਬਨ ਗੁਹਾਟੀ ਤੋਂ 2 ਮੀਲ ਤੇ ਇਹ ਮੰਦਰ ਦੱਸਿਆ ਜਾਂਦਾ ਹੈ। ਤੋ ਇੱਥੇ ਜਿਹੜਾ ਕਮਖਿਆ ਦੇਵੀ ਦਾ ਮੰਦਰ ਹੈ, ਜਿਹਨੂੰ ਹਿੰਦੂ ਦੇਵੀ ਕਰਕੇ ਮੰਨਦੇ ਨੇ ਔਰ ਕਹਿੰਦੇ ਨੇ ਕਿ ਇਹਦੀ ਬੜੀ ਸ਼ਕਤੀ ਪ੍ਰਕਾਸ਼ ਰਹੀ ਹੈ। ਮਹਾਸ਼ਕਤ ਜੁਤ ਜਾਹਰ ਕਲਾ, ਬੜੇ ਸ਼ਕਤੀਆਂ ਦੇ ਸਹਿਤ ਜਾਹਰੀ ਕਲਾ ਮੰਨਦੇ ਹਨ ਕਿ ਜਾਹਰੀ ਕਲਾ ਵਾਲੀ ਇਹ ਦੇਵੀ ਹੈ। ਯਾ ਤੇ ਨਹਿ ਅਕਬਰ ਵਸ ਚਲਾ, ਇਸ ਕਰਕੇ ਅਕਬਰ ਬਾਦਸ਼ਾਹ ਦਾ ਉੱਥੇ ਕੋਈ ਵਸ ਨਹੀਂ ਚੱਲਿਆ, ਉਹ ਇਲਾਕੇ ਨੂੰ ਆਪਣੇ ਅਧੀਨ ਨਹੀਂ ਕਰ ਸਕਿਆ। ਭੂਪ ਦੇਸ਼ ਕੇ ਪਰ ਜੋ ਆਵੈ, ਕਹਿੰਦੇ ਭੂਪ ਦੇਸ਼ ਉਸ ਦੇਸ਼ ਦੇ ਰਾਜੇ ਤੇ ਜਿਹੜਾ ਵੀ ਚੜ੍ਹਾਈ ਕਰਕੇ ਆਉਂਦਾ, ਸੋ ਦੇਵੀ ਕੋ ਸ਼ਰਨ ਸਿਧਾਵੈ। ਤੋ ਉਹ ਜਿਹੜਾ ਰਾਜਾ ਉੱਥੋਂ ਦਾ ਉਸ ਦੇਵੀ ਦੇ ਮੰਦਰ ਚਲਿਆ ਜਾਂਦਾ, ਉਹਦੀ ਸ਼ਰਨ ਵਿੱਚ ਚਲਿਆ ਜਾਂਦਾ। ਉੱਥੋਂ ਦੇ ਪੁਜਾਰੀ ਉਹ ਮੰਤਰ ਪੜ੍ਹਦੇ
ਕਿਉਂਕਿ ਉਹ ਇਲਾਕਾ ਹੀ ਜੰਤਰ ਮੰਤਰ ਤੰਤਰ ਦਾ, ਤਾਂਤਰਿਕਾਂ ਦਾ ਇਲਾਕਾ। ਬੰਗਾਲ ਬਿਲਕੁਲ ਉਹਦੀ ਹੱਦ 'ਤੇ ਹੈ। ਤੋ ਇਸ ਕਰਕੇ ਉੱਧਰ ਤਾਂਤਰਿਕ, ਮਦਾਰੀ, ਮੰਤਰੀ, ਇਸ ਤਰ੍ਹਾਂ ਦੇ ਲੋਕ ਬਹੁਤ ਰਹਿੰਦੇ ਨੇ। ਤੋ ਉਹਨਾਂ ਹੀ ਜਾਦੂਗਰਨੀਆਂ ਨੇ ਭਾਈ ਮਰਦਾਨਾ ਜੀ ਨੂੰ ਮੇਢਾ ਬਣਾਇਆ ਸੀ। ਗੁਰੂ ਨਾਨਕ ਸਾਹਿਬ 'ਤੇ ਵੀ ਮੰਤਰ ਚਲਾਉਣ ਦੇ ਯਤਨ ਕੀਤੇ ਸਨ, ਅਤੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਉਸ ਵੇਲੇ ਇਹ ਬਚਨ ਉਚਾਰਿਆ ਸੀ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆ ਹਾਂ, ਮਨੋ ਕਸੁੱਧਾ ਕਾਲੀਆ ਬਾਹਰੋਂ ਚਿਟਵੀਆ ਹਾਂ, ਮੰਝ ਕੁਚੱਜੀ ਅਮਾਮਨ ਡੋਸੜੇ ਹੋ ਕਿਉਂ ਸਹੁ ਰਾਮਣ ਜਾਏ ਜੀਓ। ਤੋ ਇਹ ਬਚਨ ਉੱਥੇ ਉਚਾਰੇ ਸਨ। ਕੁਚੱਜੀ ਖੋਟੇ ਚੱਜਾਂ ਵਾਲੀਆਂ, ਖੋਟੇ ਕਰਤਬਾਂ ਵਾਲੀਆਂ, ਭੈੜੇ ਆਚਰਣ ਵਾਲੀਆਂ। ਤੋ ਉਸ ਵੇਲੇ ਉਹ ਜਿਹੜੀ ਜਾਦੂਗਰਨੀ ਘੜਾ ਲੈ ਕੇ ਪਾਣੀ ਭਰਨ ਵਾਸਤੇ ਗਈ ਸੀ, ਘੜਾ ਸਿਰ ਦੇ ਉੱਤੇ ਹੀ ਜੁੜ ਗਿਆ, ਲੱਥਾ ਨਹੀਂ ਸੀ। ਕਿਸੇ ਵੀ ਜਾਦੂਗਰਨੀ ਦਾ ਮੰਤਰ ਘੜੇ ਨੂੰ ਉਤਾਰ ਨਹੀਂ ਸਕਿਆ। ਬੜੀ ਦੁਖੀ ਹੋ ਗਈ, ਪਾਣੀ ਦਾ ਭਰਿਆ ਘੜਾ ਸਿਰ ਦੇ ਉੱਪਰੋਂ ਹੇਠਾਂ ਨਹੀਂ ਲੱਥਦਾ। ਤੋ ਇਹਨਾਂ ਦੀ ਮੁੱਖ ਜਿਹੜੀ ਜਾਦੂਗਰਨੀ ਨੂਰ ਸਾਹ ਸੀ, ਉਹਨੇ ਵੀ ਆ ਕੇ ਬੜੇ ਮੰਤਰ ਪੜ੍ਹੇ, ਮਹਾਰਾਜ ਵੱਲ ਵੀ ਮੰਤਰ ਭੇਜੇ। ਉਲਟਾ ਉਹ ਮੰਤਰ ਜਿਹੜੇ ਸਨ ਆ ਕਰਕੇ ਜਾਦੂਗਰਨੀਆਂ 'ਤੇ ਪਏ। ਬੜੀਆਂ ਦੁਖੀ ਹੋਈਆਂ। ਤੋ ਜਾਣ ਲਿਆ ਕਿ ਸਾਡੇ ਤੋਂ ਕਈ ਗੁਣਾ ਵੱਧ ਇਹ ਪੀਰ ਤਾਕਤ ਵਾਲਾ ਕੋਈ ਮਹਾਨ ਪੁਰਖ ਆਇਆ ਹੈ। ਫਿਰ ਚਰਨਾਂ 'ਤੇ ਡਿੱਗੀਆਂ ਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਲਿਆ ਸੀ, ਧਰਮਸ਼ਾਲਾ ਬਣਵਾਈ। ਤੋ ਉਸੇ ਦੇਸ਼ ਦੇ ਵਿੱਚ ਜਿਹੜਾ ਰਾਜਾ ਜਾਂਦਾ ਸੀ ਉਹਨੂੰ ਅਧੀਨ ਕਰ ਲਿਆ ਜਾਂਦਾ ਸੀ ਮੰਤਰ ਪੜ੍ਹ ਕੇ। ਉਸ ਦੇਸ਼ ਦਾ ਰਾਜਾ ਕਮੱਖਿਆ ਦੇਵੀ ਦੇ ਮੰਦਰ ਵਿੱਚ ਜਾ ਕਰਕੇ ਮੰਤਰ ਪੜ੍ਹਦਾ, ਤਬ ਸਹਾਇਤਾ ਕਰਹਿ ਵਿਸਾਲਾ। ਤੇ ਇਸ ਵੇਲੇ ਉਹ ਜਿਹੜੇ ਮੰਤਰ ਸਨ ਨਾ, ਬੜੀ ਭਾਰੀ ਸਹਾਇਤਾ ਕਰਦੇ ਉਸ ਦੀ। ਹਤੈ ਦੁਸ਼ਟ ਕੀ ਬਾਲ ਤੁਕ ਕਾਲਾ। ਤੋ ਜਿਹੜਾ ਵੀ ਚੜ੍ਹ ਕੇ ਵੈਰੀ ਆਉਂਦਾ, ਝਾਟੀ ਉਹਨੂੰ ਮਾਰ ਦਿੰਦੇ, ਨਾਸ ਕਰ ਦਿੰਦੇ। ਉਹ ਜਿਹੜੇ ਮੰਤਰ ਪੜ੍ਹੇ ਹੋਏ ਜਾਂ ਮੰਤਰਾਂ ਦੇ ਬਲ ਦੇ ਨਾਲ ਭੇਜੇ ਹੋਏ ਵੀਰ। ਅਨਕ ਰੀਤ ਕੇ ਮੰਤਰ ਸੋ ਜਾਣੈ। ਅਨੇਕਾਂ ਰੀਤਾਂ ਦੇ ਮੰਤਰ ਉਹ ਜਾਣਿਆ ਕਰਦੇ। ਤੋ ਇੱਕ ਗਿਆਨੀ ਜੀ ਨੇ ਵੀ ਦੱਸਿਆ, ਇੱਕ ਫੌਜੀ ਦੀ ਘਟਨਾ। ਫੌਜੀ ਗਿਆ ਉੱਥੇ, ਤੋ ਉੱਥੇ ਇੱਕ ਬੱਚਾ ਕਹਿੰਦੇ ਮੱਝਾਂ ਚਾਰ ਰਿਹਾ ਸੀ। ਤੇ ਉਹ ਫੌਜੀ ਨੇ ਪੁੱਛਿਆ ਕਿ ਇੱਥੇ ਮੈਂ ਸੁਣਿਆ ਬੜੇ ਤਾਂਤਰਿਕ ਜੰਤਰ ਮੰਤਰ ਕਰਨ ਵਾਲੇ। ਉਹ ਬੱਚਾ ਕਹਿੰਦਾ ਇਹ ਤਾਂ ਮੈਨੂੰ ਵੀ ਆਉਂਦੇ ਨੇ, ਇਹ ਕਿਹੜੀ ਗੱਲ ਆ ਮੰਤਰ ਪੜ੍ਹ ਕੇ, ਤੋ ਮੈਂ ਵੀ ਕੁਝ ਵੀ ਕਰ ਸਕਦਾ। ਉਹ ਕਹਿੰਦਾ ਕੁਝ ਕੁ ਦਿਖਾ ਦੇ ਫਿਰ ਤੂੰ ਵੀ। ਉਹਨੇ ਕਹਿੰਦੇ ਵਰਨ ਦੇਵਤੇ ਦਾ ਮੰਤਰ ਪੜ੍ਹਿਆ ਤੇ ਉਹ ਬ੍ਰਹਮਪੁੱਤਰ ਦਰਿਆ ਉੱਪਰ ਚੜ੍ਹ ਕੇ ਉਛਲ ਉਛਲ ਕੇ ਆਇਆ। ਤੋ ਵਿਚਾਰਾ ਡਰ ਗਿਆ, ਫੌਜੀ ਪਿੱਛੇ ਨੂੰ ਭੱਜਿਆ। ਫਿਰ ਉਹਨੇ ਮੰਤਰ ਪੜ੍ਹ ਕੇ ਉਹਨੂੰ ਸ਼ਾਂਤ ਕੀਤਾ, ਉਸੇ ਬੱਚੇ ਨੇ। ਕਹਿਣ ਤੋਂ ਭਾਵ ਜਿਸ ਦੇਸ਼ ਦੇ ਬੱਚੇ ਬੱਚੇ ਵੀ ਮੰਤਰ ਇਸ ਤਰ੍ਹਾਂ ਦੇ ਸ਼ਕਤੀਆਂ ਵਾਲੇ ਜਾਣਦੇ ਨੇ, ਇਹ ਉਸ ਦੇਸ਼ ਦੀ ਘਟਨਾ ਹੈ। ਤੋ ਕਵੀ ਜੀ ਵਰਣਨ ਕਰ ਰਹੇ ਹਨ, ਤਿਨ ਤੇ ਛਤਰਨ ਗਨ ਕੋ ਹਨ। ਉਹਨਾਂ ਦੇ ਜਿਹੜੇ ਸ਼ਤਰੂ ਨੇ ਫੌਜਾਂ ਵਾਲੇ, ਸਾਰਿਆਂ ਨੂੰ ਨਾਸ ਕਰ ਦਿੰਦੇ। ਅਕਬਰ ਚਿਤਵਤ ਤਿਹ ਸਰ ਕਰਵੇ। ਅਕਬਰ ਸੋਚਦਾ ਰਹਿੰਦਾ ਕਿਸ ਤਰ੍ਹਾਂ ਇਹ ਇਲਾਕਾ ਜਿਹੜਾ ਹੈ ਕਾਮਰੂ ਇਲਾਕਾ, ਗੁਹਾਟੀ ਵਾਲਾ, ਇਹਨੂੰ ਮੈਂ ਕਿਵੇਂ ਜਿੱਤਾਂ। ਕਈ ਵਾਰ ਕਰ ਲਸ਼ਕਰ ਚਰਵੇ। ਕਈ ਵਾਰ ਬਹੁਤ ਸਾਰੀਆਂ ਫੌਜਾਂ ਉਹਨੇ ਚੜਾਈਆਂ ਉਸ ਪਾਸੇ ਵੱਲ। ਨਹੀਂ ਮਿਲਿਓ ਸੋ ਆਏ ਕਦਾਈ। ਕਹਿੰਦੇ ਨਹੀਂ ਕੋਈ ਵਾਪਸ ਆ ਕੇ ਮਿਲਿਆ, ਭਾਵ ਕਿ ਫੌਜ ਵਿੱਚੋਂ ਕੋਈ ਜਿਉਂਦਾ ਵਾਪਸ ਆ ਕੇ ਨਹੀਂ ਮਿਲ ਸਕਿਆ, ਜਾਂ ਉੱਥੋਂ ਦਾ ਕੋਈ ਵੀ ਰਾਜਾ ਆ ਕੇ ਅਧੀਨਗੀ ਕਰਨ ਵਾਸਤੇ ਨਹੀਂ ਮਿਲਿਆ। ਰਹੇ ਮਵਾਸੀ ਦੇਸ਼ ਸਦਾਈ। ਇਹ ਜਿਹੜਾ ਦੇਸ਼ ਕਾਮਰੂ ਹੈ, ਇਹ ਆਕੀ ਹੋ ਕੇ ਰਿਹਾ ਅਕਬਰ ਤੋਂ। ਮਾਨ ਸਿੰਘ ਰਾਜਾ ਬਲਵੰਡ। ਇੱਕ ਰਾਜਪੂਤ ਰਾਜਾ, ਜੋਧਪੁਰ ਦੀ ਰਿਆਸਤ ਦਾ, ਕਈਆਂ ਨੇ ਜੈਪੁਰ ਦਾ ਵੀ ਲਿਖਿਆ ਹੈ। ਤੋ ਇਹ ਬੜਾ ਬਲਵੰਡ, ਬੜਾ ਤਾਕਤਵਰ, ਬੜਾ
ਬਲਵਾਨ ਰਾਜਪੂਤ ਰਾਜਾ ਹੈ। ਜੀਤੀ ਪਛਮ ਦਿਸ਼ਾ ਪ੍ਰਚੰਡ, ਜਿਨ੍ਹੇ ਆਪਣੇ ਬਲ ਦੇ ਨਾਲ, ਜ਼ੋਰ ਦੇ ਨਾਲ ਪੱਛਮ ਦਿਸ਼ਾ ਵਾਲੇ ਇੱਧਰ ਦੇ ਇਲਾਕੇ ਕਸੂਰ ਵੱਲ ਦੇ ਜਿੱਤੇ ਹਨ। ਮਹਾ ਮਲੇਛ ਕਰੇ ਸਰ ਜਾਏ, ਬੜੇ ਮਲੇਛ ਮਾਰ ਕੇ ਉਹਨਾਂ ਤੇ ਜਿੱਤ ਪਾਈ ਉਸਨੇ ਜਾ ਕੇ। ਤਹਾਂ ਜੀਤ ਕੀ ਬੰਬ ਬਜਾਏ, ਉੱਥੇ ਜਿੱਤ ਦੇ ਨਗਾਰੇ ਵਜਾਏ ਉਸਨੇ ਜਾ ਕੇ। ਹਟ ਆਇਓ ਪੁਨ ਆਪਣੇ ਦੇਸ਼, ਇਸ ਤਰ੍ਹਾਂ ਜਿੱਤ ਕਰਕੇ ਪੱਛਮ ਦੇ ਇਲਾਕੇ ਨੂੰ, ਆਪਣੇ ਪਸੌਰ, ਕਾਬਲ, ਕੰਧਾਰ ਨੂੰ ਇੱਧਰ ਆਇਆ ਵਾਪਸ। ਸ਼ੰਕਾ ਕਰਤ ਭਇਓ ਤੁਰਕੇਸ਼, ਜਿਹੜਾ ਤੁਰਕੇਸ਼ ਅਕਬਰ ਹੈ ਉਹ ਇਹਦੇ ਬਲ ਤੋਂ ਡਰਦਾ ਹੈ ਤੇ ਮਨ ਦੇ ਵਿੱਚ ਸੋਚਦਾ ਹੈ, ਸ਼ੰਕਾ ਕਰਦਾ ਹੈ। ਇਹ ਰਾਜਪੂਤ ਪ੍ਰਤਾਪੀ ਭਾਰੇ, ਇਹ ਰਾਜਪੂਤਾਂ ਵਿੱਚ ਬੜਾ ਬਲੀ ਰਾਜਾ ਹੈ। ਜੇ ਕਵ ਬਿਗੜੈ ਸੰਗ ਹਮਾਰੇ, ਜੇ ਕਿਤੇ ਮੇਰੇ ਨਾਲ ਇਹਦਾ ਵਿਗਾੜ ਪੈ ਗਿਆ, ਸਾਡੇ ਨਾਲ ਇਹ ਵਿਗੜ ਗਿਆ, ਰੋਰਾ ਪਤਸ਼ਾਹਤ ਮਹਿ ਪਾਵੈ, ਬੜਾ ਭਾਰੀ ਰੌਲਾ ਪਾਤਸ਼ਾਹੀ ਵਿੱਚ ਪਾਵੇਗਾ, ਮੇਰੀ ਬਾਦਸ਼ਾਹੀ ਨੂੰ ਵਿਗਾੜ ਦੇਵੇਗਾ। ਕੌਣ ਸਮੁਖ ਹੋਏ ਜੰਗ ਮਚਾਵੈ, ਫਿਰ ਕਿਹੜਾ ਇਹਦੇ ਸਾਹਮਣੇ ਹੋ ਕੇ ਜੰਗ ਕਰੇਗਾ, ਇਹਦੇ ਸਨਮੁਖ ਕਿਹੜਾ ਬਰਾਬਰੀ ਕਰ ਸਕੇਗਾ। ਸੁਪਟ ਬਡੇਰੇ ਪਛਮ ਦੇਸ਼, ਤੋ ਐਡੇ ਐਡੇ ਵੱਡੇ ਜਿਹੜੇ ਭੱਟ ਸੂਰਮੇ ਪੱਛਮ ਇਲਾਕੇ ਦੇ ਕਰੇ ਜੋਰ ਤੇ ਜ਼ੇਰ ਅਸ਼ੇਸ਼, ਇਸ ਨੇ ਉਹ ਵੀ ਜ਼ੋਰ ਆਪਣੇ ਬਲ ਦੇ ਨਾਲ ਅਧੀਨ ਕਰ ਲਏ, ਉਹਨਾਂ ਤੇ ਜਿੱਤ ਪਾ ਲਈ। ਜਾਂ ਤੇ ਇਸੈ ਮੁਹਿੰਮ ਪਠਾਵੈ, ਇਸ ਕਰਕੇ ਮੈਂ ਇਸੇ ਨੂੰ ਹੀ ਕਾਮਰੂ ਦੇਸ਼ ਤੇ ਉਸ ਆਕੀ ਦੇਸ਼ ਨੂੰ ਜਿੱਤਣ ਵਾਸਤੇ ਭੇਜਾਂਗਾ ਫੌਜ ਦੇ ਕੇ। ਜਹਾਂ ਜਾਏ ਕਰ ਫੇਰ ਨਾ ਆਵੈ, ਜਿੱਥੇ ਜਿਹੜਾ ਵੀ ਜਾਂਦਾ ਹੈ ਜਾਦੂਗਰਨੀਆਂ ਦੇ ਦੇਸ਼ ਵਿੱਚ ਵਾਪਸ ਜਿਉਂਦਾ ਨਹੀਂ ਆਉਂਦਾ, ਇਹ ਉੱਥੇ ਜਾਵੇਗਾ ਤੇ ਵਾਪਸ ਨਹੀਂ ਆ ਸਕੇਗਾ। ਲੜੇ ਤੇ ਜੀਤੈ ਕਰ ਰਣ ਘੋਰ, ਜੇ ਲੜਦਿਆਂ ਭਾਰੀ ਜੰਗ ਯੁੱਧ ਕਰਦਿਆਂ ਇਹਨੇ ਜਿੱਤ ਲਿਆ ਇਲਾਕਾ, ਦੇਸ਼ ਕਾਮਰੂ ਮੰਤਰਨ ਜ਼ੋਰ, ਉਹ ਮੰਤਰਾਂ ਦੇ ਜ਼ੋਰ ਵਾਲਾ ਜਿਹੜਾ ਕਾਮਰੂ ਦੇਸ਼ ਹੈ। ਚਲੈ ਨ ਬਸਤਹਿ ਯੁੱਧ ਕਰਨ ਕੋ, ਸੋ ਜਿੱਥੇ ਯੁੱਧ ਕਰਨ ਵਾਸਤੇ ਮੇਰਾ ਹੋਰ ਕੋਈ ਵੀ ਬਲੀ ਬਹਾਦਰ ਜਿਹੜਾ ਜਨਰਲ ਹੈ, ਅਹਿਲਕਾਰ ਹੈ, ਉਹ ਨਹੀਂ ਜਾਣਾ ਚਾਹੁੰਦਾ, ਨਹੀਂ ਚੜ੍ਹਨਾ ਚਾਹੁੰਦਾ ਉੱਧਰ ਨੂੰ। ਮੰਤਰਨ ਸੰਗ ਸੋ ਪਾਏ ਮਰਨ ਕੋ, ਕਿਉਂਕਿ ਉਹ ਕਹਿੰਦੇ ਹਨ ਕਿ ਉੱਥੇ ਮੰਤਰਾਂ ਦੇ ਬਲ ਦੇ ਨਾਲ ਹੀ ਅਗਲੇ ਮਾਰ ਦਿੰਦੇ ਹਨ। ਜੇ ਨਾ ਮਰੈ ਲੈ ਵਿਜੈ ਉਪਾਏ, ਜੇ ਇਹ ਮਰ ਗਿਆ ਤਾਂ ਵੀ ਚੰਗਾ ਹੈ ਉੱਥੇ, ਤੇ ਜੇ ਨਾ ਮਰਿਆ ਮੇਰਾ ਇਲਾਕਾ ਜਿੱਤਿਆ ਜਾਵੇਗਾ, ਜਿਹੜਾ ਆਕੀ ਇਲਾਕਾ ਹੈ ਮੇਰੀ ਜਿੱਤ ਹੋ ਜਾਵੇਗੀ। ਦੇਸ਼ ਮਵਾਸੀ ਹਮ ਢਿਗ ਆਏ, ਉਹ ਜਿਹੜਾ ਬਾਗੀ ਦੇਸ਼ ਦਾ ਰਾਜਾ ਮੇਰੇ ਪਾਸ ਆ ਕੇ ਫਿਰ ਗੁਲਾਮ ਹੋਵੇਗਾ। ਆਸ ਮਸਲਤ ਕਰ ਕੈ ਛਲ ਸਾਨੀ, ਇਸ ਤਰ੍ਹਾਂ ਛਲ ਕਪਟ ਦੇ ਨਾਲ ਵਿਚਾਰ ਕੀਤੀ, ਸਲਾਹ ਕੀਤੀ ਹੈ ਕਿ ਮੇਰੇ ਦੋਨਾਂ ਹੱਥਾਂ ਵਿੱਚ ਲੱਡੂ ਨੇ, ਜੇ ਮਾਰਿਆ ਗਿਆ ਤਾਂ ਐਡਾ ਬਲੀ ਰਾਜਾ ਮੇਰੇ ਗਲੋਂ ਲੱਥੇਗਾ, ਜਿਹਦਾ ਮੈਨੂੰ ਡਰ ਰਹਿੰਦਾ ਕਿਤੇ ਰਾਜ ਹੀ ਨਾ ਖੋਹ ਲਵੇ, ਤੇ ਜੇ ਉੱਥੋਂ ਦਾ ਰਾਜ ਇਹਨੇ ਜਿੱਤ ਲਿਆ ਤਾਂ ਵੀ ਚੰਗਾ, ਔਰ ਜਿਹੜਾ ਆਕੀ ਦੇਸ਼ ਹੈ ਮੈਂ ਆਪਣੇ ਹੱਥ ਕਰਾਂਗਾ। ਤੋ ਇਸ ਤਰ੍ਹਾਂ ਕਹਿੰਦਾ ਮੇਰੇ ਦੋਨਾਂ ਹੱਥਾਂ ਵਿੱਚ ਲੱਡੂ ਹਨ। ਨਿਰਪਤ ਹਕਾਰਿਓ ਵੱਡ ਅਭਿਮਾਨੀ, ਤੋ ਇਸ ਤਰ੍ਹਾਂ ਇਸ ਅਭਿਮਾਨੀ ਅਕਬਰ ਨੇ ਇਸ ਰਾਜੇ ਨੂੰ, ਬਲੀ ਰਾਜੇ ਨੂੰ, ਜਾਂ ਅਭਿਮਾਨੀ ਰਾਜਾ ਜਿਹੜਾ ਮਾਨ ਸਿੰਘ ਨੂੰ ਆਪਣੇ ਪਾਸ ਬੁਲਾਇਆ। ਦਿੱਲੀ ਮੈਂ ਪ੍ਰਵੇਸ਼ ਜਬ ਹੋਇਓ, ਜਦੋਂ ਉਹ ਜੋਧਪੁਰ ਤੋਂ ਆਪਣੀ ਫੌਜ ਦੇ ਨਾਲ ਦਿੱਲੀ ਵਿੱਚ ਦਾਖਲ ਹੋਇਆ ਹੈ, ਗੋਬਦ ਬ੍ਰਿੰਦ ਕਸਾਈ ਜੋਇਓ, ਇਹਨੇ ਦੇਖਿਆ ਦਿੱਲੀ ਰਾਜਧਾਨੀ ਵਿੱਚ ਕਸਾਈ ਗਊਆਂ ਦਾ ਕਤਲ ਕਰ ਰਹੇ ਨੇ। ਪਿਖ ਕਰ ਸਹਿ ਨਾ ਸਕਿਓ ਰਿਸ ਧਰ ਕੈ, ਕਿਉਂਕਿ ਹਿੰਦੂ ਰਾਜਪੂਤ ਰਾਜਾ ਹੈ ਤੇ ਹਿੰਦੂ ਲੋਕ ਗਊ ਨੂੰ ਆਪਣੀ ਮਾਤਾ ਮੰਨਦੇ ਨੇ। ਇੱਥੇ ਵੀ ਗਊ ਬਣਾ ਕਰਕੇ ਆਟੇ ਦੀ ਕਸਮ ਖਾਧੀ ਸੀ ਨਾ ਇਹਨਾਂ ਹਿੰਦੂ ਰਾਜਪੂਤ ਰਾਜਿਆਂ ਨੇ। ਤੋ ਜਦੋਂ ਵੇਖਿਆ ਕਿ ਗਊ ਨੂੰ ਕਤਲ ਕੀਤਾ ਜਾ ਰਿਹਾ, ਗਊਆਂ ਨੂੰ ਮਾਰਿਆ ਜਾ ਰਿਹਾ ਹੈ,
ਬੜਾ ਇਹਨੂੰ ਭਾਰੀ ਕ੍ਰੋਧ ਆਇਆ ਉਸ ਵੇਲੇ। ਖੜਗਨ ਸੰਗ ਕਟਾ ਤਿਨ ਕਰਕੈ, ਉਸ ਵੇਲੇ ਇਹਨੇ ਤਲਵਾਰ ਖਿੱਚ ਕੇ, ਖੜਗ ਖਿੱਚ ਕੇ ਉਹਨਾਂ ਦੇ ਸਿਰ ਕੱਟ ਕੇ ਸੁੱਟ ਦਿੱਤੇ ਕਸਾਈਆਂ ਦੇ। ਭਾਜ ਦੁਰੇ ਤਿਨ ਪ੍ਰਾਣ ਉਬਾਰੇ, ਜਿਹੜੇ ਭੱਜ ਗਏ ਉਹ ਬਚ ਗਏ, ਪ੍ਰਾਣ ਆਪਣੇ ਬਚਾ ਕਰਕੇ ਅੱਗੇ ਲੱਗ ਕੇ ਭੱਜ ਗਏ। ਜੋ ਹੇਰੇ ਸੋ ਖੜਗ ਬਿਦਾਰੇ, ਜਿਹੜੇ ਵੇਖੇ, ਜਿਹੜੇ ਅੱਗੇ ਆ ਗਏ ਉਹ ਤਲਵਾਰ ਦੀ ਭੇਟ ਚੜ ਗਏ। ਇਸ ਪ੍ਰਕਾਰ ਬੋਰੋਰ ਮਚਾਵਤ, ਇਸ ਤਰ੍ਹਾਂ ਇਹਨਾਂ ਕਸਾਈਆਂ ਦਾ ਕਤਲ ਕਰਦਾ ਹੋਇਆ, ਰੌਲਾ ਮਚਾਉਂਦਾ ਹੋਇਆ ਇਹ ਰਾਜਾ ਮਾਨ ਸਿੰਘ ਤੁਰ ਕੇ ਸ਼ੁਰ ਤੇ ਨਿਕਟ ਸਿਧਾਵਤ, ਇਹ ਅਕਬਰ ਦੇ ਕੋਲ ਪਹੁੰਚਿਆ ਹੈ। ਸੁਨੇ ਹਤੇ ਕੁਛ ਨਾਹੇ ਨ ਕਰਿਓ, ਭਾਵੇਂ ਉਹਨੇ ਸੁਣ ਲਿਆ ਸੀ ਕਿ ਕਸਾਈ ਮਾਰੇ ਨੇ, ਪਰ ਇਹਨੂੰ ਕੁਝ ਨਹੀਂ ਕਿਹਾ। ਗੁੱਸਾ ਤਾਂ ਬੜਾ ਆਇਆ ਉਹਨੂੰ, ਕਿਉਂਕਿ ਤੁਰਕ ਲੋਕ ਗਊਆਂ ਦਾ ਮਾਸ ਖਾਂਦੇ ਨੇ। ਤੋ ਇਸ ਕਰਕੇ ਇਹਨੂੰ ਕ੍ਰੋਧ ਤਾਂ ਆਇਆ ਕਿ ਇਹਨੇ ਚੰਗਾ ਨਹੀਂ ਕੀਤਾ। ਮੇਰੀ ਰਾਜਧਾਨੀ ਦੇ ਵਿੱਚ ਮੇਰੇ ਹੀ ਕੋਲ ਜਿਹੜੇ ਕਸਾਈ ਗਊਆਂ ਦਾ ਕਤਲ ਕਰਦੇ ਇਹਨੇ ਮਾਰ ਦਿੱਤੇ, ਪਰ ਕਿਹਾ ਕੁਝ ਨਹੀਂ। ਤਉ ਹਿਰਦਾ ਬਹੁ ਦੁਖ ਸੋ ਦਹਿਓ, ਪਰ ਹਿਰਦਾ ਬੜਾ ਅੰਦਰੋਂ ਸੜਿਆ ਹੈ ਇਸ ਅਕਬਰ ਦਾ। ਕਪਟ ਠਾਨ ਕੈ ਨਿਕਟ ਬਿਠਾਇਸ, ਅੰਦਰੋਂ ਕਪਟ ਰੱਖ ਕੇ ਤੇ ਆਪਣੇ ਕੋਲ ਬਿਠਾ ਲਿਆ ਰਾਜਾ ਮਾਨ ਸਿੰਘ ਨੂੰ। ਸ਼ਾਸਤਰ ਅਪਰ ਬੁਲਾਏ ਬਿਠਾਵ, ਤੋ ਇਸ ਤਰੀਕੇ ਦੇ ਨਾਲ ਸ਼ਾਸਤਰ ਬਸਤਰ ਬਹੁ ਮੁੱਲੇ ਦਿਵਾਏ, ਬਹੁਤ ਸਾਰੇ ਸ਼ਸਤਰ ਤੇ ਬਸਤਰ ਸਰਪਾਉ ਦੇ ਵਜੋਂ ਬਹੁ ਮੁੱਲ ਦੇ ਇਹਨੂੰ ਦਿਵਾਏ ਹਨ। ਸਭਾ ਵਿੱਚ ਸਭਾ ਲਗਾਏ ਸਕਲ ਉਮਰਾਵ, ਸਾਰੇ ਉਮਰਾਵਾਂ ਦੀ, ਅਹਿਲਕਾਰਾਂ ਦੀ, ਜਿਤਨੇ ਵੀ ਸੂਰਬੀਰ ਨੇ ਉਹਨਾਂ ਦੀ ਸਭਾ ਲਗਾਈ ਹੈ, ਵਜ਼ੀਰਾਂ ਦੀ। ਰਾਜੇ ਅਪਰ ਬੁਲਾਏ ਬਿਠਾਵ, ਹੋਰ ਵੀ ਰਾਜਪੂਤ ਰਾਜੇ ਜਿਹੜੇ ਅਧੀਨ ਕੀਤੇ ਸਾਰੇ ਸਭਾ 'ਚ ਬਿਠਾਏ ਹਨ। ਭਰੀ ਕਚਹਿਰੀ ਮੈਂ ਸਨਮਾਨਾ, ਭਾਰੀ ਕਚਹਿਰੀ ਭਰੀ ਹੋਈ ਹੈ, ਬੜੀ ਭੀੜ ਪਈ ਹੈ ਤੇ ਬੜਾ ਸਨਮਾਨ ਕੀਤਾ ਇਸ ਰਾਜੇ ਮਾਨ ਸਿੰਘ ਦਾ। ਅੰਦਰ ਕਪਟ ਰੱਖ ਕੇ ਅਕਬਰ ਨਵੇਂ ਬਾਦਸ਼ਾਹ ਨੇ ਅਧਿਕ ਦਰਬ ਕੋ ਬਖਸ਼ਨ ਠਾਨਾ, ਬਹੁਤ ਸਾਰਾ ਧਨ ਦੇ ਕਰਕੇ ਬਖਸ਼ਿਸ਼ਾਂ ਕੀਤੀਆਂ। ਬੀੜਾ ਪਾਨਨ ਕੂ ਸ਼ੁਭ ਰੰਗੀ, ਬਹੁਤ ਸਾਰੇ ਰੰਗਾਂ ਦੇ ਵਿੱਚ ਰੰਗਿਆ ਹੋਇਆ ਕਈ ਚੀਜ਼ਾਂ ਪਾ ਕੇ ਪਾਨਾਂ ਦਾ ਬੀੜਾ ਜੋ ਹੈ ਅਰ ਸ਼ਮਸ਼ੇਰ ਧਰੀ ਕਰ ਨੰਗੀ, ਇਹ ਸਭਾ ਦੇ ਵਿੱਚ ਰੱਖਿਆ ਹੈ ਤੇ ਇੱਕ ਨੰਗੀ ਤੇਗ ਰੱਖੀ ਹੈ। ਬੀਚ ਸਭਾ ਦੇਖੈ ਸਭ ਕੌਣ, ਸਾਰਿਆਂ ਦੇ ਵੇਖਦਿਆਂ ਹੋਇਆਂ ਚਾਰੇ ਪਾਸਿਆਂ ਤੋਂ ਜਿੰਨੇ ਰਾਜੇ ਸੂਰਬੀਰ ਯੋਧੇ ਬੈਠੇ ਨੇ ਸਾਰੇ ਵੇਖ ਰਹੇ। ਉਹਨਾਂ ਦੇ ਵੇਖਦਿਆਂ ਹੋਇਆਂ ਗਹੀ ਨ ਕਿਨਹੂ ਠਾਨੀ ਮੋਨ, ਕਹਿਣਾ ਕੀਤਾ ਕਿ ਕੋਈ ਸੂਰਮਾ ਉੱਠੇ। ਦੇਸ਼ ਕਾਮਰੂ ਮੰਤਰਨ ਬਲ ਹੈ, ਕੋਈ ਸੂਰਮਾ ਉੱਠੇ ਕਾਮਰੂ ਦੇਸ਼ ਤੇ ਚੜ੍ਹਾਈ ਕਰੇ ਜਾ ਕਰਕੇ, ਜਿੱਥੇ ਬੜਾ ਮੰਤਰਾਂ ਦਾ ਬਲ ਚੱਲਦਾ। ਇਹ ਜਾਣ ਕਰਕੇ ਸੂਰਮਿਆਂ ਨੇ ਧੌਣ ਹੇਠਾਂ ਰੱਖੀ, ਕਿਸੇ ਨੇ ਵੀ ਆਪਣੀ ਗਰਦਨ ਉੱਪਰ ਨਹੀਂ ਚੁੱਕੀ ਤਲਵਾਰ ਚੁੱਕਣ ਦੇ ਵਾਸਤੇ, ਚੁੱਪ ਧਾਰੀ ਹੈ। ਕਹਾਂ ਕਰੈ ਤਹ ਲੈ ਬੜ ਦਲਗ ਹੈ, ਕਹਿੰਦੇ ਕੀ ਕਰਾਂਗੇ ਉੱਥੇ ਆਪਣਾ ਬਲ ਲਾ ਕਰਕੇ, ਜ਼ੋਰ ਲਾ ਕਰਕੇ, ਸਾਡਾ ਉਹਨਾਂ ਮੰਤਰਾਂ ਅੱਗੇ ਕੋਈ ਜ਼ੋਰ ਨਹੀਂ ਚੱਲੇਗਾ। ਮਾਨ ਸਿੰਘ ਨਿਰਪ੍ਰਿਦੇ ਵਿਚਾਰੀ, ਜਦੋਂ ਕਿਸੇ ਵੀ ਰਾਜੇ ਨੇ, ਯੋਧੇ ਨੇ, ਉਹ ਜਿਹੜੀ ਤਲਵਾਰ ਨਹੀਂ ਚੁੱਕੀ ਹੈ ਤੇ ਪਾਨਾਂ ਦਾ ਬੀੜਾ ਉਹ ਨਹੀਂ ਚੁੱਕਿਆ, ਤਾਂ ਇਹ ਮਾਨ ਸਿੰਘ ਰਾਜਾ ਰਾਜਪੂਤੇ ਵਿਚਾਰਦਾ ਹਿਰਦੇ ਵਿੱਚ, ਸਭ ਮੈਂ ਸਨਮਾਨਿਓ ਮੁਝ ਭਾਰੀ। ਕਹਿੰਦਾ ਹੈ ਕਿ ਮੈਨੂੰ ਸਾਰਿਆਂ ਤੋਂ ਮੁਖੀ ਯੋਧਾ ਕਹਿ ਕਰਕੇ ਅਕਬਰ ਨੇ ਸਨਮਾਨਿਆ, ਸਤਿਕਾਰ ਦਿੱਤਾ ਭਾਰੀ। ਇਹ ਸ਼ਮਸ਼ੇਰ ਅਗਾਰੀ ਮੇਰੇ, ਇਹ ਮੇਰੇ ਅੱਗੇ ਪਈ ਹੈ ਜਿਹੜੀ ਤੇਗ ਹੈ ਨੰਗੀ ਕਰਕੇ ਰੱਖੀ। ਕਰਿਓ ਫਰੇਬ ਅਪਰ ਤਿਸ਼ਹੇਰੇ, ਇਹ ਮੇਰੇ ਨਾਲ ਬੜਾ ਵੱਡਾ ਫਰੇਬ ਅਕਬਰ ਬਾਦਸ਼ਾਹ ਕਰ ਰਿਹਾ। ਇਹ ਵੀ ਜਾਣ ਗਿਆ, ਇਹ ਵੀ ਨੀਤੀਵਾਨ ਹੈ। ਵੇਖਿਆ ਉਸ ਵੇਲੇ ਇਸਨੇ ਬੀਚ ਕਚਹਿਰੀ ਜੇ ਨਾ ਉਠਾਵੋ, ਪਰ ਸੋਚਦਾ ਹੈ ਜੇ ਕਚਹਿਰੀ ਦੇ ਵਿੱਚ ਮੈਂ ਤੇਗ ਨਾ ਉਠਾਈ, ਨਿਜ ਬਲ ਕੋ ਤਬ ਅਧਿਕ ਲਜਾਵੋ, ਤਾਂ ਮੈਂ ਆਪਣਾ ਜਿਹੜਾ ਇੰਨਾ ਬਲ ਲਾਇਆ ਹੈ ਪੱਛਮ ਦੇ ਵਿੱਚ, ਉਹਨਾਂ ਲੋਕਾਂ ਨੂੰ ਜਿੱਤਿਆ, ਅਧੀਨ ਕੀਤਾ, ਉਹ ਮੇਰਾ ਬਲ ਫਿਰ ਵਿਅਰਥ ਜਾਵੇਗਾ।
ਮੈਨੂੰ ਸਾਰੇ ਕਾਇਰ ਕਹਿਣਗੇ, ਲੱਜਾ ਆਵੇਗੀ ਮੈਨੂੰ। ਕਾਇਰ ਭਇਓ ਕਹੈ ਪਛਚਾਤੀ, ਇਸ ਤੋਂ ਪਿੱਛੋਂ ਮੈਨੂੰ ਸਾਰੇ ਡਰਪੋਕ ਗਿੱਦੜ ਕਹਿਣਗੇ, ਇਸ ਬਿਦ ਹੋਏ ਆਨ ਘਟ ਜਾਤੀ। ਇਸ ਤਰੀਕੇ ਨਾਲ ਮੇਰੀ ਆਨ ਘਟ ਜਾਵੇਗੀ, ਇੱਜ਼ਤ ਘਟ ਜਾਵੇਗੀ। ਕਿੰਨੀ ਇੱਜ਼ਤ ਮੇਰੀ ਬਣੀ ਹੈ। ਵੱਡੇ ਬਲੀ ਮੋਹ ਸੋ ਲਰ ਸਾਰੇ, ਵੱਡੇ ਵੱਡੇ ਬਲੀ ਸੂਰਮੇ ਯੋਧੇ ਮੇਰੇ ਨਾਲ ਸਾਰੇ ਹੀ ਲੜ ਕੇ, ਮਮ ਆਗੇ ਇਹ ਕਹਾਂ ਵਿਚਾਰੇ। ਤੋ ਉਹ ਨਹੀਂ ਮੇਰੇ ਅੱਗੇ ਟਿਕੇ ਤੇ ਇਹ ਵਿਚਾਰੇ ਮੇਰੇ ਅੱਗੇ ਕੀ ਹਨ। ਇਮ ਵਿਚਾਰ ਆਪਣੀ ਵਡਿਆਈ, ਇਸ ਤਰ੍ਹਾਂ ਆਪਣੀ ਵਡਿਆਈ ਵਿਚਾਰ ਕਰਕੇ ਕਿ ਮੈਂ ਸਭ ਤੋਂ ਵੱਡਾ ਹਾਂ। ਕਰ ਸਲਾਮ ਸ਼ਮਸ਼ੀਰ ਉਠਾਈ, ਅਕਬਰ ਨੂੰ ਸਲਾਮ ਕਰਕੇ ਤੇ ਤੇਗ ਹੱਥ ਵਿੱਚ ਚੁੱਕ ਲਈ ਹੈ। ਤਬ ਅਕਬਰ ਨੇ ਬਹੁਤ ਸਰਾਹਾ, ਇਸ ਵੇਲੇ ਅਕਬਰ ਬਾਦਸ਼ਾਹ ਬੜਾ ਚਲਾਕ ਹੈ। ਉਹਨੇ ਬੜਾ ਸਲਾਹਿਆ ਕਿ ਤੂੰ ਬੜਾ ਵੱਡਾ ਸੂਰਬੀਰ ਹੈ। ਨਿਕਸ ਬਹਿਰ ਤਿਤ ਚੜਨ ਉਮਾਹ, ਹੋਰ ਫੌਜ ਕੋਲੋਂ ਦੇ ਦਿੱਤੀ ਮੁਹਿੰਮ ਤੇ ਚੜਨ ਵਾਸਤੇ। ਅਨੇਕਾਂ ਅਨੇਕਾਂ ਮਨੋ ਸਕੇਲ, ਬਹੁਤ ਸਾਰੀ ਇਕੱਠੀ ਹੋਈ ਹੈ। ਇਹਦੀ ਫੌਜ ਮਾਨੋ ਬੱਦਲ ਹੀ ਹਨ। ਗਮਨਿਓ ਭੂਪ ਪੰਤ ਪਗ ਮੇਲ, ਸੋ ਬਹੁਤ ਸਾਰਿਆਂ ਰਾਜਿਆਂ ਨੂੰ ਫੌਜਾਂ ਨੂੰ ਨਾਲ ਲੈ ਕਰਕੇ ਇਹ ਜਿਹੜਾ ਮਾਨ ਸਿੰਘ ਰਾਜਾ ਉੱਥੋਂ ਚੱਲਿਆ ਹੈ। ਲਸ਼ਕਰ ਚੜਿਓ ਮਨੋ ਘਨ ਮਹਾ, ਮਾਨੋ ਵੱਡਾ ਬੱਦਲ ਹੀ ਚੜ ਕੇ ਆਇਆ ਹੈ। ਮੀਂਹ ਦੇ ਸਮੇਤ, ਪਾਣੀ ਦੇ ਸਮੇਤ ਘਟਾ ਹੀ ਚੜ ਕੇ ਆਈ ਹੈ। ਬਜੀ ਬੰਬ ਵੱਡ ਕੂਖਤ ਲਹਾ, ਬੜੇ ਨਗਾਰੇ ਵਜਾਏ ਹਨ। ਨਗਾਰਿਆਂ ਤੇ ਚੋਬਾਂ ਲੱਗੀਆਂ, ਮਾਨੋ ਬੱਦਲ ਹੀ ਗਰਜ ਰਹੇ ਨੇ। ਸ਼ਾਸਤਰਨ ਚਮਕ ਚੰਚਲਾ ਥਰਕੈ, ਸ਼ਸਤਰ ਚਮਕਦੇ ਐਵੇਂ ਲੱਗਦੇ ਜਿਵੇਂ ਬਿਜਲੀ ਹੀ ਚਮਕ ਰਹੀ ਆਕਾਸ਼ੀ। ਚਲਿਓ ਭੂਪ ਦ੍ਰਿਗ ਬਾਮੋ ਫਰਕੈ, ਜਦੋਂ ਚੱਲਿਆ ਹੈ ਰਾਜਾ ਮਾਨ ਸਿੰਘ ਫੌਜਾਂ ਲੈ ਕੇ, ਦਾ ਖੱਬਾ ਨੇਤਰ ਫਰਕਿਆ ਹੈ। ਹਿੰਦੂ ਲੋਕ ਅਪਸਗਨ ਜਾਣਦੇ ਨੇ ਜਦੋਂ ਖੱਬਾ ਨੇਤਰ ਫਰਕੇ। ਸਨੇ ਸਨੇ ਨਿਜ ਡੇਰੇ ਘਾਲਤ, ਇਸ ਤਰ੍ਹਾਂ ਚੱਲਦਾ ਚੱਲਦਾ ਹੌਲੀ ਹੌਲੀ ਫੌਜਾਂ ਨੂੰ ਨਾਲ ਲੈ ਕੇ ਆਪਣੇ ਡੇਰੇ ਆਇਆ ਹੈ। ਪ੍ਰਤਪਾਲਤ ਨਿਜ ਚਮੂ ਸੰਭਾਲਤ, ਇਹ ਰਾਜੇ ਨੇ ਆਪਣੀ ਸਾਰੀ ਫੌਜ ਨੂੰ ਇਕੱਠਿਆਂ ਕੀਤਾ, ਸੰਭਾਲਿਆ ਹੈ। ਪਾਛੈ ਅਕਬਰ ਦਰਬ ਪਠਾਇਸ, ਪਿੱਛੋਂ ਅਕਬਰ ਨੇ ਹੋਰ ਧਨ ਭੇਜ ਦਿੱਤਾ, ਹੱਲਾ ਸ਼ੇਰੀ ਦਿੰਦਿਆਂ ਹੋਇਆਂ। ਹੋਏ ਸਰ ਦੇਸ਼ ਕੇ ਨਿਰਪ ਮਰ ਜਾਇਸ, ਜਾਂ ਤਾਂ ਉਹ ਦੇਸ ਆਕੀ ਮੈਂ ਜਿੱਤ ਲਵਾਂਗਾ, ਮੇਰੇ ਹੱਥ ਆ ਜਾਵੇਗਾ, ਤੇ ਜਾਂ ਇਹ ਰਾਜਾ ਮਰ ਜਾਵੇਗਾ। ਦੋਨੋਂ ਦਿਸ਼ ਤੇ ਹਰਖ ਤੁਰੰਤ, ਦੋਨਾਂ ਦਿਸ਼ਾਂ ਦੇ ਵੱਲੋਂ ਮੇਰੇ ਕੋਲ ਤਾਂ ਆਨੰਦ ਹੀ ਆਨੰਦ ਹੈ। ਜੇ ਮਰ ਗਿਆ ਤਾਂ ਵੀ ਬਲਾ ਟਲੇਗੀ, ਤੇ ਜੇ ਜਿੱਤ ਕੇ ਆ ਗਿਆ ਤਾਂ ਵੀ ਉਹ ਇਲਾਕਾ ਮੇਰੇ ਵੱਸ ਵਿੱਚ ਹੋ ਜਾਵੇਗਾ। ਸਾਦਰ ਵਸਤੂ ਅਧਿਕ ਪਠੰਤ, ਬੜੇ ਸਤਿਕਾਰ ਦੇ ਸਹਿਤ ਸੋਹਣੀਆਂ ਸੋਹਣੀਆਂ ਵਸਤੂਆਂ ਰਾਜੇ ਮਾਨ ਸਿੰਘ ਦੇ ਕੋਲ ਅਕਬਰ ਭੇਜਦਾ ਹੈ। ਮਾਨ ਸਿੰਘ ਪੂਰਬ ਮਹਿ ਜਾਏ, ਇਹ ਮਾਨ ਸਿੰਘ ਰਾਜਾ ਰਾਜਪੂਤ ਪੂਰਬ ਵੱਲ ਨੂੰ ਜਾ ਰਿਹਾ ਹੈ। ਆਪਨੋ ਅਧਿਕ ਪ੍ਰਤਾਪ ਦਿਖਾਏ, ਆਪਣਾ ਬਹੁਤ ਭਾਰੀ ਤੇਜ ਪ੍ਰਤਾਪ ਦਿਖਾਉਂਦਾ ਹੋਇਆ। ਬਹੁਤ ਦੇਸ਼ ਕੋ ਜੀਤਨ ਕਰਿਓ, ਬਹੁਤ ਸਾਰੇ ਰਸਤੇ ਦੇ ਦੇਸ਼ ਇਲਾਕੇ ਇਹਨੇ ਜਿੱਤ ਲਏ। ਦੇਖ ਬਲੀ ਕੋ ਕਹੂ ਨ ਅਰਿਓ, ਇਹਨੂੰ ਬਲੀ ਭਾਰੀ ਸੂਰਬੀਰ ਜਾਣ ਕੇ ਕੋਈ ਇਹਦੇ ਅੱਗੇ ਨਹੀਂ ਅੜ ਸਕਿਆ। ਬ੍ਰਹਮ ਪੁੱਤਰ ਨਦ ਏਕ ਮਹਾਨਾ, ਕਹਿੰਦੇ ਅੱਗੇ ਬ੍ਰਹਮਪੁੱਤਰ ਦਰਿਆ ਉਹ ਇੱਕ ਭਾਰੀ ਆਇਆ ਹੈ। ਗੁਆਹਾਟਪੁਰ ਪਾਰ ਸਥਾਨਾ, ਜਿਹਦੇ ਪਾਰ ਗੁਆਹਾਟ ਭਾਰੀ ਨਗਰ ਹੈ, ਜਿਹਨੂੰ ਗੁਹਾਟੀ ਅੱਜ ਕੱਲ੍ਹ ਕਿਹਾ ਜਾਂਦਾ ਹੈ। ਇਹ ਬ੍ਰਹਮਪੁੱਤਰ ਦੇ ਪਾਰਲੇ ਕਿਨਾਰੇ ਹੈ ਤੇ ਇਹ ਉਰਲੇ ਕਿਨਾਰੇ ਤੇ ਪਹੁੰਚਿਆ ਹੈ। ਰੰਗਾ ਮਾਟੀ ਆਹ ਉਰਾਰੇ, ਉਰਲੇ ਪਾਸੇ ਰੰਗਪੁਰ ਸ਼ਹਿਰ ਹੈ, ਜਾਂ ਰੰਗਾ ਮਾਟੀ ਵੀ ਉਹਨੂੰ ਕਹਿੰਦੇ ਹਨ। ਨ੍ਰਿਪ ਦਲ ਜੁਦ ਤੈ ਡੇਰਾ ਡਾਰੇ, ਇਹ ਰਾਜੇ ਨੇ ਆਪਣੀਆਂ ਫੌਜਾਂ ਦਾ ਡੇਰਾ ਰੰਗਪੁਰ ਮਾਟੀ ਦੇ ਵਿੱਚ ਕੀਤਾ, ਭਾਵ ਕਿ ਬ੍ਰਹਮਪੁੱਤਰ ਦਰਿਆ ਦੇ ਉਰਾਰ ਕੰਢੇ ਦੇ ਉੱਤੇ ਕੀਤਾ ਹੈ। ਚਤਰ ਕੋਸ ਪਾਟਾ ਤਿਸ ਨਦ ਕੋ, ਤੋ ਇਹ ਜਿਹੜਾ ਨਦੀ ਹੈ ਜਾਂ ਦਰਿਆ ਹੈ, 4 ਕੋਹ ਇਹ ਚੌੜੀ ਹੈ। 4 ਕੋਹ ਤੱਕ ਇਹਦਾ
ਚੌੜਾ ਹੈ, ਚੜਾਈ ਹੈ ਇਸ ਦਰਿਆ ਦੀ। ਉਤਰਨ ਪਾਰ ਬਿਦਾਰੈ ਮਦ ਕੋ, ਤੋ ਬੜੇ ਮਦ ਦੇ ਸਹਿਤ, ਹੰਕਾਰ ਦੇ ਸਹਿਤ, ਬਲ ਦੇ ਸਹਿਤ ਅਗਲੇ ਪਾਸੇ ਜਾਣਾ ਚਾਹੁੰਦਾ ਹੈ ਇਹ। ਪਾਰ ਜਹਾਂ ਕਾ ਮਖਿਆ ਮੰਦਰ, ਪਾਰਲੇ ਪਾਸੇ ਅਗਲੇ ਪਾਸੇ ਗੁਹਾਟੀ ਕਮੱਖਿਆ ਦੇਵੀ ਦਾ ਵੱਡਾ ਮੰਦਰ ਹੈ। ਬਸੈ ਵਿਸਾਲ ਨਗਰ ਤਹਿ ਸੁੰਦਰ, ਤੇ ਉਹ ਗੁਹਾਟੀ ਜਿਹੜਾ ਸੁੰਦਰ ਨਗਰ ਬੜਾ ਵੱਡਾ ਉਦੇਸ ਵਸਦਾ ਹੈ। ਕਿਸੀ ਦੇਸ਼ ਕੋ ਭੂਪਤ ਭਾਰੀ, ਉਸੇ ਦੇਸ਼ ਦਾ ਜਿਹੜਾ ਰਾਜਾ ਹੈ ਨਾ, ਬੜਾ ਵੱਡਾ ਰਾਜਾ ਬਲੀ ਹੈ। ਰਾਜਧਾਨੀ ਨਿਜ ਪੂਰੀ ਸੁਧਾਰੀ, ਇਹ ਰਾਜਧਾਨੀ ਇਲਾਕੇ ਦੀ ਉਸਨੇ ਆਪਣੀ ਗੁਹਾਟੀਪੁਰ ਨੂੰ ਵਸਾਇਆ ਹੋਇਆ ਹੈ। ਸਬਲ ਬਹਾਨੀ ਲਿਏ ਮਹਾਨਾ, ਸੋ ਸਾਰੀ ਜਿਹੜੀ ਫੌਜ ਹੈ ਲੈ ਕਰਕੇ ਵਸੈ ਨਰੇਸ਼ੁਰ ਦੇਵ ਸਮਾਨਾ, ਉਹ ਜਿਹੜਾ ਰਾਜਾ ਹੈ ਨਾ ਕਾਮਰੂ ਦੇਸ਼ ਦਾ, ਇੰਦਰ ਦੇ ਸਮਾਨ, ਦੇਵ ਦੇ ਸਮਾਨ ਉੱਥੇ ਵਸਦਾ ਹੈ, ਤਖਤ ਉੱਪਰ ਰਹਿੰਦਾ ਹੈ। ਵਸੈ ਨਰੇਸ਼ੁਰ ਦੇਵ ਸਮਾਨਾ, ਦੇਵ ਦੇ ਸਮਾਨ, ਇੰਦਰ ਦੇ ਸਮਾਨ, ਭਾਵ ਬਹੁਤਾ ਬਲ ਧਾਰ ਕੇ ਰਾਜਾ ਉੱਥੇ ਰਾਜ ਕਰਦਾ ਹੈ। ਸਦਾ ਉਪਾਸਨ ਦੇਵੀ ਕਰਤਾ, ਜਿਹੜਾ ਦੇਵੀ ਦੀ ਉਪਾਸਨਾ ਇਸ ਕਮੱਖਿਆ ਦੇਵੀ ਦੀ ਕਰਦਾ ਰਹਿੰਦਾ ਹਰ ਰੋਜ਼। ਆਦ ਸ਼ਕਤ ਕੋ ਧਿਆਨ ਸੁਧਰਤਾ, ਉਹਦੀ ਜਿਹੜੀ ਸ਼ਕਤੀ ਹੈ ਨਾ, ਉਹਦਾ ਧਿਆਨ ਮੁੱਢ ਭਾਵ ਕਿ ਉਹਦੇ ਚਰਨਾਂ ਦਾ ਧਿਆਨ ਧਾਰਦਾ ਹੈ। ਨਿਤ ਪਤ ਹੋਮ ਵਿਸਾਲ ਕਰਾਵੈ, ਨੇਤਾ ਪ੍ਰਤੀ ਹਵਨ ਕਰਦਾ ਰਹਿੰਦਾ ਹੈ ਬਹੁਤ ਵੱਡੇ ਵੱਡੇ। ਧੂਪ ਦੀਪ ਚੰਦਨ ਚਰਚਾਵੈ, ਇਸ ਦੇਵੀ ਦੇ ਅੱਗੇ ਘਿਓ ਦੇ ਦੀਵੇ ਜਗਾਉਂਦਾ ਹੈ, ਧੂਪ ਦਿਖਾਉਂਦਾ ਹੈ, ਚੰਦਨ ਕੇਸਰ ਦਾ ਛਿੜਕਾਅ ਕਰਦਾ ਹੈ। ਮਾਨ ਸਿੰਘ ਕੋ ਐਬੋ ਸੁਨਿਓ, ਜਦੋਂ ਇਸ ਰਾਜੇ ਨੇ ਸੁਣਿਆ ਕਿ ਰਾਜਪੂਤ ਬਲੀ ਮਾਨ ਸਿੰਘ ਆਇਆ ਫੌਜਾਂ ਲੈ ਕੇ, ਜਤਨ ਹਤਨ ਕਾ ਚਿਤ ਮਹਿ ਗੁਨਿਓ, ਇਹਨੂੰ ਨਾਸ ਕਰਨ ਦਾ ਯਤਨ ਚਿੱਤ ਵਿੱਚ ਵਿਚਾਰਿਆ ਹੈ। ਮੰਤਰ ਪਾਠ ਕਰ ਬਲੀ ਸੁਦੈ ਕੈ, ਕਹਿੰਦਾ ਕਿ ਮੰਤਰ ਪੜ੍ਹ ਕੇ ਨਾ ਇਹ ਜਿਹੜਾ ਬਲੀ ਚੜ੍ਹ ਕੇ ਆਇਆ ਹੈ, ਮੈਂ ਇਸ ਨੂੰ ਨਾਸ ਕਰਾਂਗਾ। ਜਾਂ ਮੰਤਰ ਪੜ੍ਹ ਕੇ ਚਟੰਗੇ ਦੀ ਬਲੀ ਪਹਿਲਾਂ ਇਹਨੇ ਦੇਵੀ ਦੇ ਮੰਦਰ ਤੇ ਦਿੱਤੀ ਹੈ। ਸ਼ਕਤ ਚਲਾਈ ਮਨ ਰਿਸ ਕੈ ਕੈ, ਫਿਰ ਆਪਣੀਆਂ ਸ਼ਕਤੀਆਂ ਜਿਹੜੀਆਂ ਹਨ ਮੰਤਰਾਂ ਦੀਆਂ, ਦੇਵੀ ਦੀਆਂ, ਬੜਾ ਕ੍ਰੋਧ ਧਾਰ ਕੇ ਇਹਨੇ ਚਲਾਈਆਂ ਰਾਜੇ ਮਾਨ ਸਿੰਘ ਵੱਲ। ਜਿਸ ਛਿਨ ਹਤਨ ਹੇਤ ਸੋ ਆਈ, ਜਿਸ ਸਮੇਂ ਰਾਜੇ ਮਾਨ ਸਿੰਘ ਨੂੰ ਉਹ ਮੰਤਰਾਂ ਦੀਆਂ ਸ਼ਕਤੀਆਂ ਜਿਹੜੀਆਂ ਹਨ ਮਾਰਨ ਵਾਸਤੇ ਆਈਆਂ, ਮਾਨ ਸਿੰਘ ਬੈਠਿਓ ਸੁਚ ਥਾਈ, ਕਵੀ ਜੀ ਕਹਿੰਦੇ ਉਸ ਸਮੇਂ ਮਾਨ ਸਿੰਘ ਬ੍ਰਹਮਪੁੱਤਰ ਦਰਿਆ ਦੇ ਕਿਨਾਰੇ ਤੇ ਸੁੱਚੀ ਥਾਂ ਬਣਾ ਕੇ ਬੈਠਾ ਹੋਇਆ ਸੀ। ਪਾਠ ਚੰਡਕਾ ਕਰਤ ਕਰਾਵਤ, ਕਿਉਂਕਿ ਇਹ ਵੀ ਰਾਜਪੂਤ ਹਿੰਦੂ ਰਾਜਾ ਹੈ, ਇਸ ਕਰਕੇ ਚੰਡਕਾ ਦੇਵੀ ਦੀ ਪੂਜਾ ਕਰ ਰਿਹਾ, ਉਹਦੀ ਆਰਾਧਨਾ ਕਰ ਰਿਹਾ ਉੱਥੇ ਬੈਠ ਕੇ। ਚਹੁ ਦਿਸ਼ ਬ੍ਰਹਮ ਕਵਚ ਕੋ ਗਾਵਤ, ਬ੍ਰਹਮ ਕਵਚ ਜਿਹੜਾ ਹੈ ਨਾ, ਜੰਗ ਦੇ ਸਮੇਂ ਉਹ ਰੱਖਿਆ ਕਰਨ ਵਾਲਾ ਮੰਤਰ, ਉਹਨੂੰ ਪੜ੍ਹ ਰਿਹਾ ਹੈ। ਜਬ ਸੋ ਸ਼ਕਤ ਸੰਘਾਰਨ ਆਈ, ਜਦੋਂ ਕਾਮਰੂ ਦੇਸ਼ ਰਾਜੇ ਦੀਆਂ ਸ਼ਕਤੀਆਂ ਮੰਤਰਾਂ ਦੇ ਨਾਲ ਪੜ੍ਹ ਕੇ ਜਿਹੜੀਆਂ ਛੱਡੀਆਂ, ਤੰਤਰ ਵੀ ਜਿਹਨੂੰ ਕਿਹਾ ਜਾਂਦਾ ਹੈ, ਤੋ ਉਹ ਮਾਰਨ ਵਾਸਤੇ ਆਈਆਂ ਨੇ ਰਾਜੇ ਮਾਨ ਸਿੰਘ ਦੇ ਵੱਲ। ਕਰ ਨਾ ਸਕੀ ਬਲ ਪਿਖ ਸਥਲਾਈ, ਕਿਉਂਕਿ ਅੱਗੇ ਰਾਜਾ ਵੀ ਆਪਣੀ ਦੇਵੀ ਚੰਡਕਾ ਦੀ ਆਰਾਧਨਾ ਦੇ ਮੰਤਰ ਪੜ੍ਹ ਰਿਹਾ ਹੈ, ਤੋ ਇਸ ਕਰਕੇ ਉਹ ਸ਼ਕਤੀਆਂ ਕੁਝ ਕਰ ਨਾ ਸਕੀਆਂ, ਢਿੱਲੀਆਂ ਪੈ ਗਈਆਂ, ਅੱਗੇ ਨਾ ਆ ਸਕੀਆਂ। ਕਿਉਂਕਿ ਤਾਕਤ ਵਾਲੇ ਤੇ ਉਸ ਤੋਂ ਵੀ ਜ਼ਿਆਦਾ ਤਾਕਤ ਵਾਲਾ ਹੋਵੇ ਮੰਤਰ, ਉਹ ਹੀ ਚੱਲ ਸਕਦਾ ਹੈ। ਜੇ ਛੋਟਾ ਮੰਤਰ ਹੋਵੇ ਤਾਂ ਉਹ ਅਸਰ ਨਹੀਂ ਕਰ ਸਕਦਾ। ਤੋ ਇਹ ਜਿਹੜੀਆਂ ਸ਼ਕਤੀਆਂ ਹਨ, ਭਾਵੇਂ ਉਸ ਰਾਜੇ ਨੇ ਚਲਾਈਆਂ, ਪਰ ਅੱਗੇ ਉਹ ਵੀ ਮੰਤਰਾਂ ਦਾ ਬਲ ਲੈ ਕੇ ਬੈਠਾ ਹੈ, ਉਹ ਵੀ ਰਾਜਪੂਤ ਰਾਜਾ ਹੈ। ਤੋ ਇਸ ਕਰਕੇ ਇਹ ਸ਼ਕਤੀਆਂ ਦਾ ਕੋਈ ਤਾਕਤ, ਇਹ ਬਲ ਇਸ ਦੇ ਉੱਪਰ ਚੱਲ ਨਹੀਂ ਸਕਿਆ। ਸਾਧ ਸੰਗਤ ਜੀ, ਇਹ ਜਿਤਨੇ ਵੀ ਜੰਤਰ ਮੰਤਰ ਤੰਤਰ, ਭਾਵੇਂ ਉਹ ਕਿਸੇ ਵੀ ਧਰਮ ਦੇ ਹੋਵਣ, ਹਿੰਦੂ ਧਰਮ ਦੇ ਹੋਵਣ, ਮੁੱਲਾਂ ਦੇ, ਕਈ ਮੁਲਾਣੇ ਬੜੇ ਜੰਤਰ ਮੰਤਰ ਫੂਕਦੇ ਨੇ, ਕਈ ਪੀਰ ਬੜੇ ਜੰਤਰ ਮੰਤਰ ਫੂਕਦੇ ਨੇ, ਪਰ ਇੱਕ ਗੱਲ ਦਾ ਖਿਆਲ ਰੱਖਣਾ,
ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਮੂਲ ਮੰਤਰ ਹੋਵੇ ਤੇ ਗੁਰ ਮੰਤਰ ਹੋਵੇ ਨਾ, ਤੇ ਜਪਣ ਵਾਲਾ ਵੀ ਤਿਆਰ ਬਰ ਤਿਆਰ ਖਾਲਸਾ ਹੋਵੇ, ਚੜ੍ਹਦੀ ਕਲਾ ਵਾਲਾ, ਉੱਥੇ ਗੁਰਮੁਖੋ ਦੁਨੀਆ ਦਾ ਕੋਈ ਵੀ ਮੰਤਰ ਕਾਟ ਨਹੀਂ ਕਰ ਸਕਦਾ। ਸਭ ਦੂਰੋਂ ਹੀ ਭੱਜ ਜਾਂਦੇ ਨੇ। ਤੋ ਤੰਤ ਮੰਤ ਨਹਿ ਜੋਹੀ ਤਿਤ ਚਾਖ ਨਾ ਲੱਗੈ। ਹਾਂ, ਪੜਨ ਵਾਲਾ ਤਿਆਰ ਬਰ ਤਿਆਰ ਹੋਵੇ, ਕਰੈਤੀਆ ਨਾ ਹੋਵੇ, ਚੜ੍ਹਦੀ ਕਲਾ ਵਾਲਾ ਹੋਵੇ, ਨਿਤਨੇਮੀ ਹੋਵੇ, ਅਭਿਆਸੀ ਹੋਵੇ, ਦੁਨੀਆ ਦਾ ਕੋਈ ਮੰਤਰ ਉੱਥੇ ਨੇੜੇ ਨਹੀਂ ਆ ਸਕਦਾ। ਤੋ ਭਾਵੇਂ ਇਸ ਰਾਜੇ ਨੇ ਮੰਤਰ ਛੱਡੇ ਨੇ, ਪਰ ਉਹ ਮੰਤਰ ਇਹਦੇ ਨਿਫਲ ਚਲੇ ਗਏ, ਚਲਾਇਆ ਹੋਇਆ ਇਹਦਾ ਵਾਰ ਮੰਤਰਾਂ ਦਾ ਅਜਾਈ ਗਿਆ ਹੈ। ਦੇ ਕਰ ਹਾਥ ਕਾਲ ਕਾ ਰਾਖਿਓ। ਦੇ ਕਰਕੇ ਨਾ ਇਹ ਚੰਡਕਾ ਨੇ, ਕਾਲਕਾ ਨੇ ਮਾਨ ਸਿੰਘ ਰਾਜੇ ਨੂੰ ਕਹਿੰਦੇ ਬਚਾ ਲਿਆ। ਉਤੋਂ ਧਿਆਨ ਦੇਵੀ ਅਵਿਲਾਖਿਓ। ਤੋ ਕਿਉਂਕਿ ਉਸ ਵੇਲੇ ਦੇਵੀ ਦਾ ਧਿਆਨ ਲਾ ਕੇ ਬੈਠਾ ਹੋਇਆ ਸੀ, ਬੜਾ ਪ੍ਰੇਮੀ ਬਣ ਕੇ ਦੇਵੀ ਦਾ। ਬਲ ਦਲ ਕੋ ਕਰ ਕੈ ਨਿਰਪਮਾਨ। ਤੋ ਮਾਨ ਸਿੰਘ ਨੂੰ ਮਾਰਨਾ ਚਾਹੁੰਦਾ ਹੈ, ਇਸ ਤਰੀਕੇ ਦੇ ਨਾਲ ਬਲ ਕਰਕੇ ਫੌਜਾਂ ਦੇ ਨਾਲ। ਚਹਿਤ ਵਿਜੈ ਕਰਬੂ ਤਿਸ ਥਾਨ। ਜਾਂ ਮਾਨ ਸਿੰਘ ਅਗਲੇ ਰਾਜੇ ਦੇ ਉੱਪਰ ਚੜ੍ਹਾਈ ਕਰਕੇ ਬਲ ਕਰਕੇ ਮਾਰਨਾ ਚਾਹੁੰਦਾ, ਉਹਦੇ ਉੱਪਰ ਜਿੱਤ ਪਾਵਾਂ ਉੱਥੇ ਜਾ ਕਰਕੇ। ਜਿਤ ਕਿਤ ਫੈਲ ਭਰੀ ਬੜ ਅਨੀ। ਰਾਜਾ ਮਾਨ ਸਿੰਘ ਰਾਜਪੂਤ ਦੀ ਜਿਹੜੀ ਫੌਜ ਬੜੀ ਆਈ ਆ, ਉਹ ਜਿੱਧਰ ਕਿੱਧਰ ਚਾਰ ਚੁਫੇਰੇ ਹੀ ਫੈਲ ਗਈ। ਤਰਾਸਤ ਦੇਸ਼ ਦੇਖ ਕਰ ਘਨੀ। ਅਗਲਾ ਜਿਹੜਾ ਦੇਸ਼ ਕਾਮਰੂ ਸਾਰਾ ਡਰ ਗਿਆ, ਇੰਨੀ ਫੌਜ ਕਿੱਧਰੋਂ ਚੜ ਕੇ ਆ ਗਈ। ਨਿਜ ਲੋਕਨ ਪਹਿ ਜਾਨ ਬਿਸਾਲਾ। ਜਦੋਂ ਕਾਮਰੂ ਦੇਸ਼ ਦੇ ਰਾਜੇ ਨੇ ਵੇਖਿਆ ਮੇਰੇ ਦੇਸ਼ ਦੇ ਲੋਕ ਬੜੇ ਭੈ ਭੀਤ ਹੋਏ ਨੇ, ਡਰ ਗਏ ਨੇ। ਨੌਕਾ ਰਚੀ ਏਕ ਮਹਿਪਾਲਾ। ਉਸ ਰਾਜੇ ਨੇ ਇੱਕ ਬੇੜੀ ਬਣਾਈ, ਉਸ ਵੇਲੇ ਰਚੀ ਬਣਾਈ ਹੈ। ਤਿਸ ਪਰ ਪੁਤਲੀ ਰੁਚਿਰ ਬਨਾਈ। ਬੜੀਆਂ ਸੁੰਦਰ ਪੁਤਲੀਆਂ ਇਸਤਰੀਆਂ ਵਰਗੀਆਂ ਉਹਦੇ ਉੱਪਰ ਬਣਾ ਕੇ। ਜਨ ਸਾਚੀ ਤ੍ਰੈ ਇਹਾਂ ਬਿਠਾਈ। ਇਹ ਪੁਤਲੀਆਂ ਇਸ ਤਰ੍ਹਾਂ ਲੱਗਦੀਆਂ ਨੇ ਜਿਵੇਂ ਸੱਚੀ ਮੁੱਚੀ ਇਸਤਰੀਆਂ ਨੇ। ਇਹੋ ਜਿਹੇ ਸੁੰਦਰ ਜੇ ਰੂਪ ਬਣਾ ਦਿੱਤੇ, ਸੋਹਣੇ ਉਹਨਾਂ ਦੇ ਕਾਮ ਕੰਗ ਬਣਾ ਦਿੱਤੇ। ਉਹ ਪੁਤਲੀਆਂ ਜੀਆਂ ਆ ਜਿਵੇਂ ਦੁਕਾਨਦਾਰਾਂ ਨੇ ਖੜੀਆਂ ਕੀਤੀਆਂ ਹੁੰਦੀਆਂ ਕੱਪੜਿਆਂ ਵਾਲਿਆਂ ਨੇ, ਨਕਲੀ ਜੀ ਪੁਤਲੀਆਂ। ਤੋ ਇਸ ਤਰ੍ਹਾਂ ਦੀਆਂ ਪੁਤਲੀਆਂ ਉਹ ਇਸ ਤਰੀਕੇ ਨਾਲ ਬਣਾਈਆਂ, ਦੂਰੋਂ ਉਹ ਇਵੇਂ ਲੱਗਦੀਆਂ ਜਿਵੇਂ ਸੱਚੀ ਮੁੱਚੀ ਦੀਆਂ ਇਸਤਰੀਆਂ ਹੋਣ। ਇਸ ਤਰ੍ਹਾਂ ਦੇ ਅੰਗ ਉਹਨਾਂ ਦੇ ਕਾਮਕ ਦੂਰੋਂ ਬਣਾ ਦਿੱਤੇ ਲੱਗਦੇ ਹਨ। ਫੂਲ ਕਮਲ ਕੋ ਕਰਿਓ ਬਨਾਵਨ। ਇੱਕ ਕਮਲ ਦੇ ਫੁੱਲ ਬਣਾ ਕਰਕੇ ਉਹਨਾਂ ਦੇ ਕਰ ਹੱਥਾਂ ਵਿੱਚ ਦੇ ਦਿੱਤੇ। ਮਹਾ ਸੁਗੰਧਿਤ ਸੋ ਮਨ ਭਾਵਨ। ਬੜੀਆਂ ਭਾਰੀ ਸੁਗੰਧੀਆਂ ਨੇ ਉਹਨਾਂ ਫੁੱਲਾਂ ਦੇ ਵਿੱਚ, ਮਨ ਨੂੰ ਭਾਉਣ ਵਾਲੀਆਂ। ਅਭਿਮੰਤਰਤ ਕਰ ਸਰਬ ਪ੍ਰਕਾਰ। ਫਿਰ ਸਭ ਤਰ੍ਹਾਂ ਦੇ ਮੰਤਰ ਪੜ੍ਹ ਕਰਕੇ ਹਰ ਤਰ੍ਹਾਂ ਦੇ। ਮਾਨ ਸਿੰਘ ਕੋ ਨਾਮ ਉਚਾਰਾ। ਮਾਨ ਸਿੰਘ ਰਾਜਪੂਤ ਰਾਜੇ ਦਾ ਨਾਂ ਲੈ ਕੇ ਮੰਤਰ ਪੜ੍ਹੇ ਕਿ ਇਹਨਾਂ ਨੂੰ ਨਾਸ ਕਰਨਾ, ਮਾਨ ਸਿੰਘ ਨੂੰ ਉਹਦਾ ਨਾਸ ਹੋ ਜਾਵੇ। ਮੰਤਰ ਸ਼ਕਤ ਕਰ ਨਾਉ ਚਲਾਈ। ਮੰਤਰਾਂ ਦੀਆਂ ਸ਼ਕਤੀਆਂ ਦੇ ਸਹਿਤ ਉਹ ਜਿਹੜੀ ਬੇੜੀ ਹੈ ਨਾ, ਉਹ ਚਲਾ ਦਿੱਤੀ ਪਾਣੀ ਤੇ। ਸਨੇ ਸਨੇ ਸੋ ਚੱਲ ਕਰ ਆਈ। ਹੌਲੀ ਹੌਲੀ ਉਹ ਬੇੜੀ ਚੱਲਦੀ ਹੋਈ ਆ ਗਈ ਦੂਜੇ ਕਿਨਾਰੇ ਵੱਲ। ਤਟ ਪਰ ਮਾਨ ਸਿੰਘ ਕੋ ਡੇਰਾ। ਇਹ ਕਿਨਾਰੇ ਤੇ ਉਰਾਰ ਮਾਨ ਸਿੰਘ ਰਾਜਪੂਤ ਰਾਜੇ ਦਾ ਡੇਰਾ ਹੈ। ਅਵਿਲੋਕਿਤ ਦਰਿਆਉ ਬਡੇਰਾ। ਬ੍ਰਹਮਪੁੱਤਰ ਦਰਿਆ ਬੜਾ ਵੱਡਾ ਹੈ, ਜਿਵੇਂ ਪਹਿਲਾਂ ਵੀ ਕਵੀ ਜੀ ਦੱਸ ਰਹੇ 4 ਕੋਹ ਤੱਕ ਚੌੜਾ ਉਹ ਜਿਹੜਾ ਦਰਿਆ ਹੈ। ਇੱਕ ਦੋਏ ਦਾਸ ਪਾਸ ਤਿਸ ਕਲ। ਇੱਕ ਦੋ ਸੇਵਕ ਰਾਜੇ ਦੇ ਕੋਲ ਖੜੇ ਸਨ ਉਸ ਸਮੇਂ। ਦੇਖਿਓ ਅਚੰਬਾ ਆਏ ਬਿਸਾਲਾ। ਉਹਨਾਂ ਨੇ ਬੜਾ ਭਾਰੀ ਅਚੰਭਾ ਹੁੰਦਾ ਵੇਖਿਆ, ਹੈਰਾਨ ਹੋਏ ਸਾਰੇ। ਇਹ ਨੌਕਾ ਆਉਂਦੀ, ਬੇੜੀ ਆਉਂਦੀ ਵੇਖ ਕੇ। ਚੱਲ ਕੇ ਬੇਗ ਨ ਨੌਕਾ ਚਲੇ। ਉਹ ਦੇਖਦੇ ਨੇ ਕਿ ਜਿੱਧਰ ਨੂੰ ਪਾਣੀ ਜਾ ਰਿਹਾ ਉੱਧਰ ਨੂੰ ਨਹੀਂ ਜਾ ਰਹੀ, ਦੂਸਰੇ ਪਾਸੇ ਸਾਡੇ ਵੱਲ ਆ ਰਹੀ ਹੈ ਜਿਹੜੀ ਬੇੜੀ ਹੈ। ਤੋਂ ਬਿਨਾਂ ਜਲ ਦੇ ਪ੍ਰਵਾਹ ਤੋਂ ਜਿੱਧਰ ਨੂੰ ਹਵਾ ਜਾ ਰਹੀ ਹੈ ਉੱਧਰ ਨੂੰ ਬੇੜੀ ਨਹੀਂ ਜਾ ਰਹੀ, ਕਿਉਂਕਿ ਬੇੜੀ ਤਾਂ ਉੱਧਰ ਨੂੰ ਜਾਂਦੀ ਹੈ ਜਿੱਧਰ ਨੂੰ ਹਵਾ ਜਾਏ। ਤੋਂ ਕਹਿੰਦੇ ਇਹ ਉਲਟੇ ਪਾਸੇ ਨੂੰ ਆ ਰਹੀ ਹੈ। ਨਰ ਬਿਨ ਸਨੇ ਸਨੇ ਨਿਜ ਠਿਲੈ। ਕਿਉਂਕਿ ਮਲਾਹ ਕੋਈ ਨਹੀਂ ਇਹਦਾ, ਕਿਉਂਕਿ ਮਲਾਹ ਜ਼ੋਰ ਦੇ ਨਾਲ ਚੱਪੂਆਂ ਦੇ ਨਾਲ ਦੂਸਰੇ ਪਾਸੇ ਨੂੰ ਲੈ ਜਾਂਦੇ।
ਪਰ ਬਿਨਾਂ ਮਲਾਹ ਤੋਂ ਬੇੜੀ ਹੈ, ਤੇ ਐਵੇਂ ਹੀ ਉਲਟੇ ਪਾਸੇ ਨੂੰ ਆਈ ਹੈ। ਅਵਿਲੋਕਤ ਚਲ ਆਈ ਪਾਸਾ। ਇਸ ਤਰ੍ਹਾਂ ਵੇਖਦਿਆਂ ਵੇਖਦਿਆਂ ਉਹ ਬੇੜੀ ਜਿਹੜੀ ਸੀ ਨਾ ਕੋਲ ਆ ਗਈ। ਬਿਸਮਿਓ ਭੂਪਤ ਅਜਬ ਤਮਾਸ਼ਾ। ਇਹ ਬੜਾ ਭਾਰੀ ਤਮਾਸ਼ਾ ਵੇਖ ਕਰਕੇ ਉਹ ਜਿਹੜਾ ਭੂਪਤ ਰਾਜਾ ਹੈ ਬੜਾ ਹੈਰਾਨ ਹੋਇਆ। ਅਤ ਸੁੰਦਰ ਪੁੱਤਰੀ ਸੋ ਨਿਹਾਰੀ। ਉਹ ਜਿਹੜੀਆਂ ਪੁਤਲੀਆਂ ਸਨ ਬਹੁਤ ਹੀ ਸੁੰਦਰ ਸਨ, ਇਸ ਤਰੀਕੇ ਨਾਲ ਬਣਾਈਆਂ। ਤੋ ਉਹਨਾਂ ਨੂੰ ਜਦੋਂ ਵੇਖਿਆ ਹੈ, ਮਾਨ ਸਿੰਘ ਸੁਧ ਦੇਹ ਬਿਸਾਰੀ। ਉਹਨੇ ਸਮਝਿਆ ਸਹਿਜ ਸੱਚੀ ਮੁੱਚੀ ਦੀਆਂ ਦੇਵੀਆਂ ਹਨ, ਸੱਚੀ ਮੁੱਚੀ ਦੀਆਂ ਇਸਤਰੀਆਂ ਨੇ। ਉਹਨੂੰ ਸੁੱਧ ਬੋਧੀ ਭੁੱਲ ਗਈ ਵੇਖ ਕੇ। ਦੇਖ ਚਲਿਤ ਮਨ ਮੋਹਤ ਹੋਵਾ। ਉਹ ਇਸ ਤਰ੍ਹਾਂ ਦੇ ਹਾਵ ਭਾਵ ਕਰ ਰਹੀਆਂ ਨੇ, ਵੇਖ ਕੇ ਬੜਾ ਮਨ ਮੋਹਤ ਹੋ ਗਿਆ ਇਸ ਦਾ। ਸ਼ੁਭਤ ਅਧਿਕ ਉਰ ਧੀਰਜ ਖੋਵਾ। ਵਿਆਕਲ ਹੋ ਗਿਆ, ਉਹਨਾਂ ਨੂੰ ਪਕੜਨ ਦੇ ਵਾਸਤੇ ਧੀਰਜ ਦੀ ਜਾਂਦੀ ਰਹੀ। ਪਹੁੰਚੇ ਅਤਸ਼ੈ ਆਏ ਸਮੀਪ। ਇਸ ਤਰ੍ਹਾਂ ਸਾਧ ਸੰਗਤ ਜੀ ਉਹ ਵੀ ਆ ਕੇ ਕੋਲ ਇਹਦੇ ਪਹੁੰਚ ਗਈਆਂ ਛੇਤੀ। ਰਹਿ ਨਾ ਗਇਓ ਤਵੈ ਅਵਨੀਪ। ਇਸ ਰਾਜੇ ਦੇ ਕੋਲੋਂ ਉਸ ਵੇਲੇ ਰਿਹਾ ਨਹੀਂ ਗਿਆ, ਆਪਣੇ ਤੇ ਕਾਬੂ ਨਹੀਂ ਪਾ ਸਕਿਆ। ਬਾਰ ਬਾਰ ਅਵਿਲੋਕਨ ਕਰਤਾ। ਵਾਰ ਵਾਰ ਅੱਖਾਂ ਲਾ ਕੇ ਇੱਕ ਟੱਕ ਉਹਨਾਂ ਨੂੰ ਵੇਖੀ ਜਾਂਦਾ ਹੈ। ਪਰਿਓ ਖਿਆਲ ਤਿਸ ਨਾਹਿਨ ਟਰਤਾ। ਉਹਦੇ ਵੱਲ ਹੀ ਆਪਣੀਆਂ ਅੱਖਾਂ ਲਾਈਆਂ, ਉਹਨਾਂ ਦਾ ਹੀ ਖਿਆਲ ਵਾਰ-ਵਾਰ ਅੰਦਰ ਆ ਰਿਹਾ ਹੈ, ਨਹੀਂ ਟਲ ਰਿਹਾ। ਬਹੁਤ ਸੁੰਦਰ ਜਬ ਫੂਲ ਨਿਹਾਰਿਓ। ਉਹਨਾਂ ਦੇ ਕੋਲ ਕਮਲ ਦੇ ਸੁੰਦਰ ਸੁਗੰਧੀਆਂ ਵਾਲੇ ਫੁੱਲ ਜਦੋਂ ਵੇਖੇ ਨੇ ਰਾਜੇ ਨੇ, ਤਿਸ ਲੈ ਬੇਹਿਤ ਹਾਥ ਪਸਾਰਿਓ। ਉਹਨੂੰ ਲੈਣ ਵਾਸਤੇ ਰਾਜੇ ਨੇ ਆਪਣਾ ਹੱਥ ਅੱਗੇ ਕੀਤਾ। ਪੁੱਤਰੀ ਕਰਤੇ ਜਬ ਹੀ ਲੀਨੋ। ਜਦੋਂ ਉਹ ਪੁਤਲੀ ਦੇ ਹੱਥਾਂ ਵਿੱਚੋਂ ਕਮਲ ਦਾ ਫੁੱਲ ਲਿਆ, ਘਰਾਣ ਨਿਕਟ ਕਰ ਸੂੰਗਨ ਕੀਨੋ। ਆਪਣੇ ਨੱਕ ਦੇ ਕੋਲ, ਨਾਸਕਾਂ ਦੇ ਕੋਲ ਕਰਕੇ ਤੇ ਉਹਦੀ ਸੁਗੰਧੀ ਲੈਣ ਵਾਸਤੇ ਸੁੰਘਿਆ ਰਾਜੇ ਨੇ। ਤਤ ਛਿਨ ਭਇਓ ਬਾਬਰੂ ਮਾਨ। ਕਿਉਂਕਿ ਮੰਤਰ ਪੜ੍ਹੇ ਹੋਏ ਨੇ, ਉਸੇ ਵੇਲੇ ਝੱਲਾ ਹੋ ਗਿਆ, ਸੁੰਘਦਿਆਂ ਸਾਰੀ ਬੌਰਾ ਹੋ ਗਿਆ, ਪਾਗਲ ਹੋ ਗਿਆ ਰਾਜਾ ਮਾਨ ਸਿੰਘ। ਦਲ ਬਲ ਕੀ ਸੁਧ ਗਈ ਜਹਾਨ। ਆਪਣੇ ਬਲ ਦੀ ਵੀ ਸੁੱਧ ਖਬਰ ਕੋਈ ਨਹੀਂ ਰਹਿ ਗਈ। ਮੇਰੀ ਫੌਜ, ਕੋਈ ਫੌਜ ਦੇ ਬੰਦੇ ਦੀ ਕੋਈ ਖਬਰ ਨਹੀਂ ਰਹਿ ਗਈ। ਇਸ ਤਰ੍ਹਾਂ ਦਾ ਪਾਗਲ ਝੱਲਾ ਬੌਰਾ ਹੋ ਗਿਆ। ਜਵੈ ਚਮੂਨੇ ਇਸ ਨਿਰਪ ਜਾਣਿਓ। ਇਸ ਤਰ੍ਹਾਂ ਰਾਜੇ ਨੂੰ ਝੱਲਾ ਪਾਗਲ ਹੋਇਆ। ਜਦੋਂ ਫੌਜਾਂ ਨੇ ਵੇਖਿਆ, ਫੌਜ ਨੇ ਤੱਕਿਆ, ਇਤ ਉਤ ਭਏ ਤਰਾਸ ਮਨ ਠਾਨਿਓ। ਸਾਰਿਆਂ ਦੇ ਮਨ ਵਿੱਚ ਬੜਾ ਡਰ ਆਇਆ ਕਿ ਇਸ ਬਲੀ ਰਾਜੇ ਤੋਂ ਬਿਨਾਂ ਅਸੀਂ ਕਾਹਦੇ ਜੋਗੇ ਹਾਂ। ਕੋਈ ਇੱਧਰ ਹੋ ਗਿਆ, ਕੋਈ ਉੱਧਰ ਨੂੰ ਚਲਾ ਗਿਆ। ਬਿਨਾ ਭੂਪ ਲਸ਼ਕਰ ਫਟ ਗਇਓ। ਮੁਖੀ ਰਾਜੇ ਤੋਂ ਬਿਨਾਂ ਸਾਰਾ ਲਸ਼ਕਰ ਫਟ ਗਿਆ, ਦੋ ਫਾੜ ਹੋ ਗਿਆ। ਆਪ ਆਪ ਕੋ ਕਿਤ ਕਿਤ ਭਇਓ। ਆਪੋ ਧਾਪੀ ਪੈ ਗਈ, ਕੋਈ ਕਿਸੇ ਪਾਸੇ ਨੂੰ ਹੋ ਗਿਆ, ਕੋਈ ਕਿਸੇ ਪਾਸੇ ਨੂੰ ਹੋ ਗਿਆ। ਬਗਾਵਤ ਪੈ ਗਈ ਫੌਜ ਵਿੱਚ। ਲੈ ਸੁਧ ਕਾਵਰ ਦੇਸ਼ ਨਰੇਸ਼। ਇੱਧਰ ਕਾਮਰੂ ਦੇਸ਼ ਦੇ ਰਾਜੇ ਨੂੰ ਵੀ ਖਬਰ ਪਹੁੰਚ ਗਈ। ਲਰਿਓ ਆਏ ਸੰਗ ਚਮੂ ਵਿਸ਼ੇਸ਼। ਉਹਨੂੰ ਖਬਰ ਹੋ ਗਈ ਕਿ ਰਾਜਾ ਜਿਹੜਾ ਚੜ ਕੇ ਆਇਆ ਮਾਨ ਸਿੰਘ, ਉਹ ਤਾਂ ਬੌਰਾ ਹੋ ਗਿਆ। ਉਹ ਫੌਜ ਲੈ ਕੇ ਕਾਮਰੂ ਦੇਸ਼ ਦਾ ਰਾਜਾ ਵੀ ਆਇਆ ਚੜ੍ਹਾਈ ਕਰਕੇ ਉਧਰੋਂ। ਮਾਨ ਸਿੰਘ ਸੁਧ ਲੀਨ ਸਨਾਹੇ। ਮਾਨ ਸਿੰਘ ਤਾਂ ਝੱਲਾ ਬੌਰਾ ਹੋਇਆ ਪਿਆ, ਉਹਨੇ ਕਿਸੇ ਫੌਜ ਦੀ ਖਬਰ ਨਹੀਂ ਲਈ। ਠਹਿਰੀ ਨੈ ਸੈ ਨਾਰਣ ਮਾਹੇ। ਇਹਦੀ ਫੌਜ ਉਸ ਰਾਜੇ ਦੇ ਨਾਲ ਜੰਗ ਕਰਨ ਵਾਸਤੇ ਅੱਗੋਂ ਅੜ ਨਹੀਂ ਸਕੀ। ਭਾਗੇ ਦੂਰ ਅੰਤਰੋ ਪਾਏ। ਬੜੀ ਦੂਰ ਫੌਜ ਭੱਜ ਗਈ। ਮਾਨ ਸਿੰਘ ਰਾਜਪੂਤ ਰਾਜੇ ਦੀ ਬੜਾ ਫਰਕ ਪਿਆ, ਭਾਵ ਕਿ ਭੱਜ ਗਈ, ਦੂਰ ਹੋ ਗਈ। ਡੇਰਾ ਕਰਿਓ ਤਰਾਸ ਉਪਜਾਏ। ਦੂਰ ਜਾ ਕਰਕੇ ਕਈ ਕੋਹ ਤੇ ਜਾ ਕੇ ਮਾਨ ਸਿੰਘ ਰਾਜੇ ਦੀ ਫੌਜ ਨੇ ਡੇਰਾ ਕੀਤਾ ਡਰਦਿਆਂ। ਕਿਤਕ ਦਿਵਸ ਮੈਂ ਤਿਸ ਹੀ ਦੇਸ਼। ਕਿੰਨੇ ਕੁ ਦਿਨਾਂ ਦੇ ਬਾਅਦ ਉਸੇ ਦੇਸ਼ ਕਾਮਰੂ ਦੇ ਵਿੱਚ ਮਾਨ ਸਿੰਘ ਪਾ ਮਿਰਤਕ ਨਰੇਸ਼। ਇਹ ਮਾਨ ਸਿੰਘ ਰਾਜਪੂਤ ਬਲੀ ਰਾਜਾ ਪਾਗਲ ਹੋਇਆ, ਝੱਲਾ ਹੋਇਆ, ਉੱਥੇ ਹੀ ਮਰ ਗਿਆ। ਤਬ ਲਸ਼ਕਰ ਘਰ ਕੋ ਮੁਰ ਆਏ। ਇਹਨੂੰ ਮਰਿਆ ਦੇਖ ਕੇ ਜਾਣ ਕੇ ਇਹਦੀ ਫੌਜ ਜਿਹੜੀ ਸੀ, ਲਸ਼ਕਰ ਸੀ, ਸਾਰਾ
ਵਾਪਸ ਮੁੜ ਆਇਆ ਦਿੱਲੀ ਨੂੰ। ਬਲ ਮੰਤਰਨ ਕੋ ਸਭਨ ਸੁਨਾਏ। ਆ ਕਰਕੇ ਅਕਬਰ ਬਾਦਸ਼ਾਹ ਨੂੰ ਉਹ ਮੰਤਰਾਂ ਦੇ ਬਲ ਦੇ ਨਾਲ ਜਿਵੇਂ ਰਾਜੇ ਨੂੰ ਮਾਰਿਆ ਸਾਰਾ ਹਾਲ ਸੁਣਾਇਆ। ਦੇਸ਼ ਕਾਬਰੂ ਰਹਿਓ ਮਵਾਸੀ। ਇਹ ਜਿਹੜਾ ਕਾਮਰੂ ਦੇਸ਼ ਹੈ ਇਹ ਅਕਬਰ ਤੋਂ ਆਕੀ ਹੋ ਕੇ ਰਿਹਾ। ਉਰ ਅਕਬਰ ਕੇ ਚਿੰਤ ਪ੍ਰਕਾਸ਼ੀ। ਇੱਕ ਤਾਂ ਉਹ ਕਹਿੰਦਾ ਚੰਗਾ ਹੋਇਆ ਮਾਨ ਸਿੰਘ ਮਾਰਿਆ ਗਿਆ, ਪਰ ਦੂਜੇ ਪਾਸੇ ਚਿੰਤਾ ਵੀ ਹੈ ਉਹਦੇ ਅੰਦਰ। ਹੁਣ ਨੰਗੀ ਸ਼ਮਸ਼ੇਰ ਧਰੀ ਹੈ। ਇਸ ਕਰਕੇ ਉਹਨੇ ਫੇਰ ਆਪਣੀ ਸਭਾ ਵਿੱਚ ਨੰਗੀ ਤੇਗ ਰੱਖੀ। ਭੈ ਕਰ ਕਿਨਹੁ ਨ ਗ੍ਰਹਣ ਕਰੀ ਹੈ। ਕਿਸੇ ਨੇ ਵੀ ਫੜਨਾ ਨਹੀਂ ਕੀਤੀ, ਚੁੱਕਣਾ ਨਹੀਂ ਕੀਤੀ। ਉਹ ਤੇਗ ਭੈ ਡਰ ਕਰਕੇ ਧਰੀ ਰਹੀ ਸ਼ਮਸ਼ੇਰ ਵਿਸਾਲ। ਉਹ ਬਹੁਤ ਸਮਾਂ ਵੱਡੀ ਤੇਗ ਉਵੇਂ ਹੀ ਪਈ ਰਹੀ ਹੈ ਸਭਾ ਦੇ ਵਿੱਚ। ਇਸ ਪਛਾਤ ਬਿਤਿਓ ਚਿਰਕਾਲ। ਬਹੁਤ ਲੰਮਾ ਸਮਾਂ ਬੀਤ ਗਿਆ। ਇਸ ਤੋਂ ਪਿੱਛੋਂ ਅਕਬਰ ਮਰਿਓ ਕਰਤ ਹੀ ਆਸਾ। ਆਸ ਕਰਦਾ ਹੋਇਆ ਕਿ ਕਾਮਰੂ ਇਲਾਕੇ ਨੂੰ ਜਿੱਤਾਂਗਾ, ਅਕਬਰ ਚੜ੍ਹਾਈ ਕਰ ਗਿਆ। ਜਹਾਂਗੀਰ ਸੁਤ ਕੀਨ ਪ੍ਰਕਾਸ਼। ਇਹਦਾ ਪੁੱਤਰ ਜਹਾਂਗੀਰ ਉਹਨੇ ਤਖਤ ਤੇ ਬੈਠਣਾ ਕੀਤਾ ਹੈ। ਤਬ ਪੀ ਕਿਨਹੂ ਨਹੀਂ ਉਠਾਈ। ਤੇ ਇਸ ਵੇਲੇ ਵੀ ਉਹਨੇ ਸਭਾ ਵਿੱਚ ਤੇਗ ਜਿਹੜੀ ਰੱਖੀ ਸੀ ਅਕਬਰ ਨੇ, ਕਿਸੇ ਨੇ ਵੀ ਜਹਾਂਗੀਰ ਦੇ ਵੇਲੇ ਵੀ ਨਹੀਂ ਚੁੱਕੀ। ਮੰਤਰਨ ਤਰਾਸ ਧਰਤ ਅਧਿਕਾਈ। ਜਾਣਦੇ ਹਨ ਕਿ ਉੱਥੋਂ ਦੇ ਲੋਕ ਬੜਾ ਮੰਤਰਾਂ ਦਾ ਬਲ ਪਾ ਕੇ ਮਾਰ ਦਿੰਦੇ ਨੇ। ਸੋ ਪੀ ਪਹੁੰਚਿਓ ਜਮ ਘਰ ਜਾਏ। ਉਹ ਜਹਾਂਗੀਰ ਵੀ ਆਪਣਾ ਸਮਾਂ ਬਤੀਤ ਕਰਕੇ ਅਗਲੇ ਜਹਾਨ ਚਲਾ ਗਿਆ। ਸ਼ਾਹ ਜਹਾਂ ਪਾ ਤੁਰਕਨ ਰਾਏ। ਫਿਰ ਤੁਰਕਾਂ ਦਾ ਰਾਜਾ ਸ਼ਾਹਜਹਾਂ ਜਹਾਂਗੀਰ ਦਾ ਪੁੱਤਰ ਬਣਿਆ। ਏ ਪੀ ਚਾਹਤ ਰਹਿਓ ਸਦਾਈ। ਇਹ ਵੀ ਸਦਾ ਚਾਹੁੰਦਾ ਰਿਹਾ ਕਿ ਕਾਮਰੂ ਦੇਸ਼ ਤੇ ਜਿੱਤ ਪਾਵਾਂ। ਨੈ ਕਿਨਹੂ ਸ਼ਮਸ਼ੀਰ ਉਠਾਈ। ਪਰ ਦੇਖ ਲੋ ਕਿੰਨੇ ਚਿਰ ਦੀ ਤੇਗ ਪਈ ਹੋਈ ਹੈ ਅਕਬਰ ਦੇ ਵੇਲੇ ਦੀ, ਕਿਸੇ ਨੇ ਵੀ ਨਹੀਂ ਚੁੱਕੀ ਅੱਜ ਤੱਕ। ਪੁਨ ਅਵਰੰਗ ਹੋਏ ਸਪਤ ਸ਼ਾਹੂ। ਇਹ ਵੀ ਚੜ੍ਹਾਈ ਕਰ ਗਿਆ। ਸ਼ਾਹਜਹਾਂ ਤੋਂ ਬਾਅਦ ਇਹਦਾ ਪੁੱਤਰ ਜਿਹੜਾ ਨਰੰਗਾ ਹੈ ਇਹ ਬਾਦਸ਼ਾਹ ਦਿੱਲੀ ਦਾ ਬਣਿਆ ਔਰੰਗਜ਼ੇਬ। ਇਹ ਵੀ ਕਰਤ ਰਹਿਓ ਚਿਤ ਚਾਹੂ। ਇਹ ਵੀ ਚਿੱਤ ਵਿੱਚ ਚਾਅ ਕਰਕੇ ਤੇ ਕਾਮਰੂ ਦੇਸ਼ ਨੂੰ ਜਿੱਤਣਾ ਚਾਹੁੰਦਾ ਹੈ। ਚਾਅ ਕਰਕੇ ਕਿ ਮੈਂ ਇਸ ਉੱਪਰ ਜਿੱਤ ਪਾਵਾਂ, ਇਹ ਆਕੀ ਇਲਾਕਾ ਮੇਰੇ ਅਧੀਨ ਹੋਵੇ। ਤੋ ਜਿਵੇਂ ਇਹ ਪ੍ਰਸੰਗ ਅੱਗੇ ਆਵੇਗਾ, ਰਾਜਾ ਬਿਸ਼ਨ ਸਿੰਘ ਉਹ ਇਸ ਤੇਗ ਨੂੰ ਚੁੱਕੇਗਾ ਜਾਣ ਦੇ ਵਾਸਤੇ। ਆਪਾਂ ਅਗਲੇ ਦੀਵਾਨਾਂ ਵਿੱਚ ਗੁਰੂ ਕਿਰਪਾ ਦੇ ਨਾਲ ਸਰਵਣ ਕਰਾਂਗੇ। ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਦੇਣੀ ਜੀ, ਅੱਗੇ ਤੋਂ ਸਮੱਤ ਬਖਸ਼ਿਸ਼ ਕਰ ਦੇਣੀ। ਮਹਾਰਾਜ ਸਾਹਿਬ ਸਭ ਦੀ ਹਾਜ਼ਰੀ ਥਾਂ ਪਾਵਨ ਪੜ੍ਹਿਆ ਸੁਣਿਆ ਸਫਲ ਹੋਵੇ। ਵਿਘਨਾਂ ਦਾ ਹੋਵੇ ਨਾਸ, ਕਾਰਜ ਹੋਵਨ ਰਾਸ। ਨਾਮ ਦਾ ਰੰਗ, ਸਾਧ ਦਾ ਸੰਗ, ਨਿਸ਼ਚਾ ਹੋਵੇ ਅਭੰਗ। ਸਤਿਗੁਰੂ ਦਾ ਅੰਗ ਸਦੀਵੀ ਕਾਲ ਸਾਨੂੰ ਸਭਨਾਂ ਨੂੰ ਪ੍ਰਾਪਤ ਹੁੰਦਾ ਰਹੇ। ਹਉ ਕਿਆ ਸਾਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ। ਏ ਪੀ ਚਾਹਤ ਰਹਿਓ ਸਦਾਈ। ਨਹਿ ਕਿਨਹੂ ਸ਼ਮਸ਼ੀਰ ਉਠਾਈ। ਪੁਨ ਅਵਰੰਗ ਹੋਏ ਸਪਤ ਸ਼ਾਹੂ। ਇਹ ਵੀ ਕਰਤ ਰਹਿਓ ਚਿਤ ਚਾਹੂ। ਵਾਹਿਗੁਰੂ 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 ਵਾਹਿਗੁਰੂ। हे अच्युत हे पार ब्रह्म
ਅਬਿਨਾਸੀ। ਅਗਨਾਸ हे पूरन हे सर्ब मैं ਦੁਖ ਭੰਜਨ ਗੁਣਤਾਸ हे संगी हे निरंकार हे ਨਿਰਗੁਣ ਸਭ ਟੇਕ हे गोबिंद हे गुण निधान ਜਾ ਕੈ ਸਦਾ ਬਵੇਕ हे अपरंपर हर हरे ਹੈ ਪੀ ਹੋਵਨ ਹਾਰ हे संतह कै सदा संग ਨਿਧਾਰ ਆਧਾਰ हे ठाकुर हौ दास रो ਮੈਂ ਨਿਰਗੁਣ ਗੁਣ ਨਹੀਂ ਕੋਏ नानक दीजै नाम दान ਰਾਖੋ ਹਿਆ ਪਰੋਏ आए प्रभ सरनागति ਕਿਰਪਾ ਨਿਧ ਦਇਆਲ एक अखर हर मन बसत ਨਾਨਕ ਹੋਤ ਨਿਹਾਲ वाहिगुरु नाम जहाज है ਚੜੇ ਸੋਤਰੇ ਪਾਰ जो सरदा कर सेम दे ਗੁਰ ਪਾਰ ਉਤਾਰਨ ਹਾਰ जो सरदा कर सेम दे ਗੁਰ ਪਾਰ ਉਤਾਰਨ हार वाहिगुरु ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।